बलवीर सर, बलवीर सर नमस्कार जी। बलवीर सर, हाँ जी सर नमस्कार जी। और ठीक ठाक जी? सर नमस्कार जी। अच्छा, मैं तुहानू पोस्ट बनाने लगा, शेयर करके देखियो प्लीज। कोई नहीं बना लो सर, कोई गल। ओहो, सर हो गई? ठीक है जी, ठीक है। तो सर हाँ जी, बलवीर सर अपने नाल दियां नू लिंक भेज दो ये प्लीज। मैं सर भेज ਤੇ ਦਿੱਤਾ ਸੀ ਅੱਗੇ ਪਹਿਲਾਂ। अच्छा जी, क्योंकि ਸਾਰਿਆਂ ਨੂੰ ਮੈਂ ਨਾ ਆਫਿਸ ਗਰੁੱਪ ਹੈਗਾ ਆਪਣੇ ਆਈਟੀ ਦਾ, जी जी, ਉਹਨਾਂ ਨੂੰ ਮੈਂ ਉਹਦੇ ਵਿੱਚ ਕਰਤਾ ਸੀਗਾ ਜੀ। ठीक है जी, ठीक है। ਸਰ ਸਰ ਲੈਕਚਰ ਮੇਰਾ ਥੋੜਾ ਲੰਬਾ ਵੀ ਚੱਲ ਸਕਦਾ, ਘੱਟ ਵੀ ਸਕਦਾ ਜੀ। सर की कहंदे जी? ਮੈਂ ਕਿਹਾ ਜੀ ਲੈਕਚਰ ਮੇਰਾ ਲੰਬਾ ਵੀ ਹੋ ਸਕਦਾ, ਥੋੜਾ ਘੱਟ ਵੀ ਸਕਦਾ, ਜਿਵੇਂ 1 ਘੰਟੇ ਤੋਂ ਥੱਲੇ ਵੀ कोई ਆ नहीं, ਸਕਦਾ, ਕੋਈ कोई टेंशन ना लो, कोई 45 नहीं, ਮਿੰਟ 50 ਮਿੰਟ ਤੱਕ ਵੀ ਚੱਲ ਸਕਦਾ ਜੀ। कोई नहीं सर, पहला एंटर हो लेने दो, फिर मैं कहूंगा फिर शुरू कर लियो। ਹਾਂ ਸਰ ਪਤਾ ਗੱਲ ਕੀ ਸੀ, ਕਿਉਂਕਿ ਮੈਂ ਕੰਪਿਊਟਰ ਦਾ ਇੰਨਾ ਨੌਲੇਜ ਨਹੀਂ ਰੱਖਦਾ, ਮੈਂ ਮੋਬਾਈਲ ਦੇ ਉੱਤੇ ਹੀ ਆ ਕੱਲ ਸਾਰਾ ਸਿੱਖਿਆ ਜੀ। चलो कोई नहीं, कोई नहीं, कोई ਇਸ ਕਰਕੇ ਥੋੜਾ ਹੈਗਾ। ठीक है, ਕੋਈ ਗੱਲ ਨਹੀਂ, ਉਦਾਂ ਕੋਈ ਗੱਲ ਨਹੀਂ ਜੀ। ठीक है सर, ठीक है। ਠੀਕ ਹੈ ਸਰ।
ਬਲਵੀਰ ਸਰ ਸ਼ੁਰੂ ਕਰ ਲਓ ਤੁਸੀਂ ਪਲੀਜ਼। ਠੀਕ ਹੈ ਜੀ। ਬਹੁਤ ਹੀ ਤਕਨੀਕੀ ਸਿੱਖਿਆ ਉਦਯੋਗਿਕ ਸਿਖਲਾਈ ਸੰਸਥਾ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਸਾਹਿਬ, ਜਿਨ੍ਹਾਂ ਦੀ ਰਹਿਨੁਮਾਈ ਹੇਠ ਅੱਜ ਮੈਨੂੰ ਇਸ ਲੈਕਚਰ ਦਾ ਮੌਕਾ ਮਿਲਿਆ, ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਆਸ ਕਰਦਾ ਕਿ ਜਿਹੜਾ ਮੇਰਾ ਲੈਕਚਰ ਹੈ ਤੁਹਾਨੂੰ ਪਸੰਦ ਵੀ ਆਏਗਾ, ਤੁਸੀਂ ਯਾਦ ਵੀ ਕਰੋਗੇ। ਅੱਜ ਨਾਮ ਮੇਰਾ ਬਲਵੀਰ ਸਿੰਘ, ਟਰਨਰ ਇੰਸਪੈਕਟਰ ਗਵਰਨਮੈਂਟ ITI ਗੁਰਦਾਸਪੁਰ। ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ, ਟੌਪਿਕ ਹੈ, ਉਹ ਹੈਗਾ ਲੇਥ ਮਸ਼ੀਨ ਦੀ ਹਿਸਟਰੀ ਅਤੇ ਉਹਦੇ ਆਪਰੇਸ਼ਨ। ਲੇਥ ਮਸ਼ੀਨ ਦੇ ਹਿਸਟਰੀ ਅਤੇ ਉਹਦੇ ਆਪਰੇਸ਼ਨ। ਲੇਥ ਮਸ਼ੀਨ ਕਿਸ ਤਰ੍ਹਾਂ ਤਿਆਰ ਹੋਈ ਸੀ ਤੇ ਉਹਨੂੰ ਕਿਸ ਤਰ੍ਹਾਂ ਆਪਾਂ ਤਰੱਕੀ ਕਰ ਕਰਕੇ ਅੱਗੇ ਕਿਸ ਤਰ੍ਹਾਂ ਚੱਲੀ। ਆਪਾਂ ਹਿਸਟਰੀ ਪਹਿਲੇ ਉਹਦੀ ਤੋਂ ਸਟਾਰਟ ਹੁੰਦੇ ਆ। ਪ੍ਰਾਚੀਨ ਸਮੇਂ ਦੇ ਵਿੱਚੋਂ ਪ੍ਰਾਚੀਨ ਸਮਾਂ ਕਾਲ ਦੇ ਵਿੱਚ ਮਨੁੱਖ ਤਰੱਕੀ ਕਰਦਾ ਆਇਆ। ਤਰੱਕੀ ਕਰਦਾ ਅੱਜ ਇਸ ਸਥਿਤੀ ਤੇ ਪਹੁੰਚ ਗਿਆ ਕਿ ਮਨੁੱਖ ਦੁਆਰਾ ਬਣਾਏ ਸੈਟੇਲਾਈਟ ਧਰਤੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਦੇ ਉਪਗ੍ਰਹਿ
ਚੰਦਰਮਾ ਮੰਗਲ ਤੇ ਪਹੁੰਚ ਗਏ। ਇਹ ਸਭ ਮਨੁੱਖ ਦੀ ਅੱਗੇ ਤੋਂ ਅੱਗੇ ਸਿੱਖਣ ਦੀ ਸੋਚ ਹੈ। ਆਪਾਂ ਸਿੱਖਦੇ ਹਾਂ, ਹਰ ਅੱਗੇ ਤੋਂ ਅੱਗੇ ਸਿੱਖਦੇ ਹਾਂ। ਮਨੁੱਖ ਨੇ ਗੋਲ ਆਕਾਰ ਦੇ ਬਿਲਨਾਕਾਰ ਵਸਤਾਂ ਤਿਆਰ ਕਰਨ ਲਈ ਪਹਿਲਾਂ 2 ਰੁੱਖਾਂ ਦਾ ਸਹਾਰਾ ਲਿਆ। ਜਦੋਂ ਪਹਿਲੀ ਵਾਰ ਇਸ ਖਰਾਦ ਮਸ਼ੀਨ ਨੂੰ, ਰੇਤ ਮਸ਼ੀਨ ਨੂੰ ਜਦੋਂ ਤਿਆਰ ਕਰਨਾ ਸੀ, ਉਹਨੇ ਕਿਹਦਾ ਸਹਾਰਾ ਲਿਆ? ਉਹਨੇ ਰੁੱਖਾਂ ਦਾ ਸਹਾਰਾ ਲੈ ਕੇ ਤੇ ਇੱਕ ਲੱਕੜੀ ਦੇ ਲੱਠੇ ਨੂੰ ਰੱਖ ਕੇ ਉਸ ਦੇ ਉੱਤੇ ਇੱਕ ਰੱਸੀ ਨੂੰ ਲਪੇਟ ਕੇ ਇੱਕ ਸਿਰਾ ਦਰਖਤ ਦੀ ਟਹਿਣੀ ਨਾਲ ਬੰਨ੍ਹ ਦਿੱਤਾ ਸੀ। ਦੂਸਰਾ ਸਿਰਾ ਜਿਹੜਾ ਉਹ ਮਨੁੱਖ ਉਸ ਨੂੰ ਖਿੱਚਦਾ ਸੀ, ਉਹ ਬਲ ਪੈਂਦਾ ਸੀ। ਬਲ ਦੇ ਨਾਲ ਉਹ ਜਦੋਂ ਚੱਲਦਾ ਸੀ ਹੇਠਾਂ ਉੱਪਰ, ਇੱਕ ਸਖਤ ਚੀਜ਼ ਦੇ ਨਾਲ ਉਸ ਦੀ ਠੋਸ ਟੇਕ ਦੇ ਕੇ ਉਹਦੀ ਕਟਾਈ ਕੀਤੀ ਗਈ ਤੇ ਉਸ ਨੂੰ ਆਪਾਂ ਖਰਾਦਣਾ ਕਹਿਣ ਲੱਗ ਪਏ। ਇਹ ਸ਼ਬਦ ਲੇਸ ਸ਼ਬਦ ਨੂੰ ਲਿਆ ਗਿਆ ਹੈ। ਇਸ ਦੀ ਜੁਗਤੀ ਦਾ ਨਾਮ ਟਰੀ ਲੇਸ ਰੱਖਿਆ ਗਿਆ। ਜਦੋਂ ਇਸ ਕਿਰਿਆ ਨੂੰ ਕੀਤਾ ਸੀ ਤੇ ਇਸ ਦੀ ਕਿਰਿਆ ਨੂੰ ਆਪਾਂ, ਇਹਦਾ ਨਾਂ ਜਿਹੜਾ ਵਾ, ਉਸ ਟਾਈਮ ਦੇ ਵਿੱਚ ਪ੍ਰਾਚੀਨ ਕਾਲ ਦੀ ਗੱਲ ਹੈ, ਉਸ ਟਾਈਮ ਦੇ ਵਿੱਚ ਇਹਦਾ ਨਾਂ ਆਪਾਂ ਟਰੀ ਲੇਸ ਰੱਖਤਾ ਸੀ। ਟਰੀ ਲੇਸ ਰੱਖਿਆ ਗਿਆ ਤੇ ਇਸ ਤੋਂ ਬਾਅਦ ਇਸ ਦਰਖਤਾਂ ਦੀ ਥਾਂ ਦੇ ਉੱਤੇ 2 ਲੱਕੜੀਆਂ ਸਥਾਈ ਦੀ ਪੁੱਟ ਕਰਤੀਆਂ। ਜਿਸ ਦੇ ਉੱਤੇ ਆਪਣੇ ਦਰਖਤ 2 ਦਿਖਾਈ ਦੇ ਰਹੇ ਆ, ਉਸ ਤੋਂ ਬਾਅਦ ਕੀ ਕੀਤਾ ਆਪਾਂ? ਇਹਨਾਂ ਦੇ ਉੱਪਰ 2 ਲੱਕੜਾਂ ਰੱਖ ਦਿੱਤੀਆਂ ਗਈਆਂ। 2 ਲੱਕੜਾਂ ਖੜੀਆਂ ਕਰਕੇ ਉਹ ਲੱਕੜਾਂ ਦੇ ਸਹਾਰੇ ਦੇ ਨਾਲ ਆਪਾਂ ਇਹਦਾ ਜਿਹੜਾ ਖਰਾਦਣਾ ਸ਼ੁਰੂ ਕੀਤਾ। ਪਰ ਇਸ ਦਾ ਪ੍ਰਯੋਗ ਜਿਹੜਾ ਵਾ ਉਹ ਆਪਾਂ ਲੱਕੜੀ ਹੀ ਖਰਾਦਣ ਵਾਸਤੇ ਕਰਦੇ ਰਹੇ ਸੀ। ਇਸ ਤੋਂ ਬਾਅਦ ਆ ਗਿਆ ਸੀ ਸਾਡੇ ਕੋਲ ਫਿਰ ਸੰਨ 1800 ਈਸਵੀ ਦੇ ਵਿੱਚ ਇੱਕ ਹੈਨੀ ਨਾਮ ਦਾ ਅੰਗਰੇਜ਼ ਹੋਇਆ। ਹੈਨੀ ਨਾਮ ਦੇ ਅੰਗਰੇਜ਼ ਨੇ ਇੱਕ ਸਕਰੂ ਕਟਿੰਗ ਲੇਸ ਤਿਆਰ ਕੀਤੀ, ਜਿਸ ਦੇ ਨਾਲ ਉਹ 16 ਤੋਂ 100 ਚੂੜੀਆਂ ਪ੍ਰਤੀ ਇੰਚ ਕੱਟੀਆਂ ਜਾ ਸਕਦੀਆਂ ਸਨ। ਇਸ ਤੋਂ ਬਾਅਦ ਵਿੱਚ ਇਸ ਤੋਂ ਨਾਲ ਹੀ ਉਹਨੇ ਲੀਡ ਸਕਰੂ ਨੂੰ ਵੀ ਬਿਨਾਂ ਬਦਲੇ ਹੀ ਸਪਿੰਡਲ ਦੇ ਲੀਡ ਸਕਰੂ ਵੱਖ-ਵੱਖ ਦੰਦਿਆਂ ਦੀਆਂ ਗਰਾਰੀਆਂ ਫਿੱਟ ਕਰਤੀਆਂ ਵਿੱਚ। ਉਹਨੇ ਕੀ ਕੀਤਾ ਵੀ ਇਹਦੇ ਵਿੱਚ ਫਿਰ ਗਰਾਰੀਆਂ ਫਿੱਟ ਕਰਤੀਆਂ, ਜਿਹਨੂੰ ਨਾ ਆਪਾਂ ਅੱਗੇ ਕੀ ਹੀ ਸਪੀਡ ਬਦਲਣੀ ਪੈਂਦੀ। ਫਿਰ ਆਪਾਂ ਸਪੀਡ ਨਹੀਂ ਬਦਲਣੀ, ਬਿਨਾਂ ਕਿਸੇ ਚੀਜ਼ ਦੇ, ਬਿਨਾਂ ਕਿਸੇ ਕਰਦੇ ਗੇਅਰ ਹੀ ਬੰਦੇ ਕਰਕੇ ਗਰਾਰੀਆਂ ਫਿੱਟ ਕਰ ਦਿੱਤੀਆਂ ਗਈਆਂ। ਉਸ ਤੋਂ ਬਾਅਦ ਫਿਰ ਇਸ ਤੋਂ ਬਾਅਦ ਉਸ ਹੀ ਅੰਗਰੇਜ਼ ਨੇ 30 ਸਾਲ ਲਾਤੇ ਜੀ। 1830 ਸਾਲ ਦੇ ਵਿੱਚ ਇਹਦਾ ਸੁਧਾਰ ਕੀਤਾ। 1830 ਵਿੱਚ ਉਹਨੇ ਇਹਦੀ ਜਿਹੜੀ ਆ ਇਹਨੂੰ 9 ਫੁੱਟ ਫੇਸ ਦੇ ਲੇਸ ਵੀ ਜਿਹੜੀ ਆ ਉਹ ਤਿਆਰ ਕਰ ਦਿੱਤੀ, ਜਿਸ ਦਾ ਪ੍ਰਯੋਗ ਆਪਾਂ ਵੱਡੇ ਪਲੈਨਰ ਰਾਈ ਵੀਲ ਕਰਨ ਵਾਸਤੇ ਕਰਦੇ ਰਹੇ। ਇਸ ਵਿੱਚ ਵਰਕ ਪੀਸ ਨੂੰ ਰਾਈਟ ਐਂਗਲ ਵਿੱਚ ਫੜ ਕੇ, ਜਿਹੜਾ ਵਰਕ ਪੀਸ ਆ ਉਹਨੂੰ ਦਵੱਲਿਓਂ ਸੈਂਟਰ ਵਿੱਚ ਫੜ ਕੇ ਤੇ ਆਪਾਂ ਸੈਂਟਰ ਲੇਸ ਦੇ ਨਾਲ ਇਹਦੀ ਕਟਾਈ ਕਰਦੇ ਰਹੇ। ਪਰ ਇਸ ਦੇ ਵਿੱਚ ਉਹਨੇ ਕੀ ਕੀਤਾ, ਉਸ ਤੋਂ ਬਾਅਦ ਫਿਰ ਆਪਾਂ ਆ ਗਏ ਵੁਡਨ ਲੇਸ ਆ ਗਈ ਸਾਡੀ। ਇਸ ਤੋਂ ਬਾਅਦ ਉਹਨੇ ਵੁਡਨ ਲੇਸ ਦੇ ਵਿੱਚ ਚਲ ਗਿਆ। ਇਹਦੇ ਵਿੱਚ ਕੀ ਕੀਤਾ ਉਹਨੇ, ਇਸ ਵਿੱਚ ਉਸ ਤੋਂ ਬਾਅਦ ਇਸ ਲੇਸ ਦਾ ਢਾਂਚਾ ਤਿਆਰ ਕਰ ਦਿੱਤਾ। ਇਹਨੂੰ ਕੀਤਾ, ਇਹ ਲੇਸ ਜਿਹੜੀ ਪੈਰਾਂ ਦੇ ਨਾਲ ਚੱਲਦੀ ਸੀ, ਇਹਨੂੰ ਆਪਾਂ ਵੁਡਨ ਲੇਸ ਵਰਕਿੰਗ ਕਹਿੰਦੇ ਆ, ਕਿਉਂਕਿ ਇਹ ਲੱਕੜੀ ਦਾ ਹੀ ਕੰਮ ਕਰਦਾ ਹੈ। ਇਹਦੇ 2 ਪਾਰਟਸ ਨੇ ਲੱਗੇ ਹੋਏ ਨੇ, ਇੱਕ ਉਧਰ ਇੱਕ ਉਧਰ ਤੇ। ਉਹਦੇ ਵਿੱਚ ਕੀ ਆ ਕਿ 2 ਜਿਹੜਾ ਆਪਣੀ ਲੇਸ ਦੇ ਵਿੱਚ ਕੰਮ ਕਰਨਾ, ਉਹਦੇ ਵਿੱਚ ਜਿਹੜਾ ਵਰਕਿੰਗ ਪੀਸ ਆ ਉਹਨੂੰ 2 ਸੈਂਟਰਾਂ ਦੇ ਵਿੱਚ ਬੰਨ੍ਹ ਕੇ ਪੈਰਾਂ ਦੀ ਸਹਾਇਤਾ ਦੇ ਨਾਲ
ਜਿਵੇਂ ਆਪਾਂ ਉਦਾਹਰਨ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਦਾਹਰਨ ਤੌਰ ਤੇ ਮੈਂ ਦੱਸ ਸਕਦਾ ਕਿ ਜਿਵੇਂ ਸਿਲਾਈ ਮਸ਼ੀਨ ਆ, ਸਿਲਾਈ ਮਸ਼ੀਨ ਦੇ ਵਿੱਚ ਕੀ ਹੁੰਦਾ, ਸਿਲਾਈ ਮਸ਼ੀਨ ਪੈਰਾਂ ਦੇ ਨਾਲ ਚੱਲਦੇ, ਉਹਦੇ ਨਾਲ ਇੱਕ ਫਰਾਈ ਵੀਲ ਲੱਗਾ, ਉਹਦੇ ਨਾਲ ਹੀ ਉੱਪਰ ਇੱਕ ਪੱਟੀ ਜੀ ਚਾੜੀ ਆ, ਲਾਈ ਆ, ਉਹ ਸਿਲਾਈ ਮਸ਼ੀਨ ਦੇ ਵੀਲ ਨੂੰ ਘੁਮਾਉਂਦੀ ਆ ਤੇ ਸਿਲਾਈ ਮਸ਼ੀਨ ਚਲਾਦੀ। ਬਿਲਕੁਲ ਉਸੇ ਹੀ ਤਰ੍ਹਾਂ ਇਹਦੇ ਨਾਲ ਇੱਕ ਪਾਸੇ ਹੈਡ ਵੀਲ ਲੱਗਾ ਹੋਇਆ, ਉਹਦੇ ਵਿੱਚ ਆਪਾਂ ਇੱਕ ਲੱਕੜ ਦਾ ਪੀਸ ਫਿੱਟ ਕਰ ਦਿੰਦੇ ਆ ਤੇ ਉਹਦੇ ਚ ਨਾਲ ਕੀ ਹੁੰਦਾ ਕਿ ਆਪਾਂ ਪੈਰਾਂ ਨਾਲ ਫੀਡ ਦਿੰਦੇ ਆ। ਪੈਰਾਂ ਨਾਲ ਫੀਡ ਦੇਣ ਦੇ ਨਾਲ ਕੀ ਹੁੰਦਾ, ਲੱਕੜ ਦੀ ਜਿਹੜੀ ਆ ਉਹ ਕਟਾਈ, ਗੱਭੇ ਸਾਡੇ ਉਹ ਇੱਕ ਰਾੜ ਜਿਹਾ ਲੱਗਾ, ਉਹਦੇ ਉੱਤੇ ਆਪਾਂ ਟੂਬ ਰੱਖ ਕੇ ਉਹਦੀ ਕਟਾਈ ਕਰਦੇ ਆ। ਉਸ ਤੋਂ ਬਾਅਦ ਆ ਜਾਂਦੀ ਫੁੱਟਲੇਥ। ਫੁੱਟਲੇਥ ਦੇ ਵਿੱਚ ਕੀ ਆ, ਜਿਵੇਂ ਹੁਣ ਤੇ ਆ ਗਿਆ, ਅੱਗੇ ਚਲ ਗਿਆ, ਇਹਦੇ ਵਿੱਚ ਕੀ ਸੀਗਾ, ਇਹਦੇ ਵਿੱਚ ਵੀ ਬਿਲਕੁਲ ਪੈਰਾਂ ਦੇ ਨਾਲ ਹੀ ਚਲਾਇਆ ਜਾਂਦਾ ਸੀ, ਪੈਰਾਂ ਦੇ ਨਾਲ ਹੀ ਕੈਰੇਜ, ਟੇਲ ਸਟਾਕ, ਇਹਦੇ ਵਿੱਚ ਸਾਰਾ ਕੁਝ ਫਿੱਟ ਕੀਤਾ ਸੀ। ਇਹ 9 ਫੁੱਟ ਦੀ ਤਿਆਰ ਉਦੋਂ ਕੀਤੀ ਸੀ, ਇਹਦੇ ਵਿੱਚ ਉਹਨਾਂ ਤਿਆਰ ਕਰਕੇ ਇਹਦੀ ਫੁੱਟਲੇਥ ਆ ਪੈਰਾਂ ਦੀ ਸਹਾਇਤਾ ਦੇ ਨਾਲ, ਪੈਰਾਂ ਦੀ ਸਹਾਇਤਾ ਨਾਲ ਉੱਪਰ ਇਹਦੇ ਹੈਡ ਸਟਾਕ ਜਿਹੜਾ ਬਣਿਆ ਉਹ ਵੇਖੋ ਛੋਟਾ ਜਿਹਾ ਬਣਿਆ। ਇਹਦੇ ਵਿੱਚ ਕੀ ਆ, ਇਹਦੀ ਕੈਰੇਜ ਨੂੰ ਆਪਾਂ ਅੱਗੇ ਪਿੱਛੇ ਕਰ ਸਕਦੇ ਸੀ। ਇਹਦੇ ਵਿੱਚ ਜਦੋਂ ਆਪਾਂ ਘੁਮਾਉਂਦੇ ਸੀ, ਪੈਰਾਂ ਦੀ ਸਹਾਇਤਾ ਦੇ ਨਾਲ ਹੀ ਆਪਾਂ ਇਹਦੀ ਕਟਾਈ ਕਰਦੇ ਰਹੇ ਸੀ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਸੀ ਸੈਂਟਰ ਲੇਸ, ਜਿਹਨੂੰ ਆਪਾਂ ਸੈਂਟਰ ਜਾਂ ਇੰਜਨ ਲੇਸ ਵੀ ਕਹਿ ਦਿੰਦੇ ਆ। ਇਹਦੇ ਵਿੱਚ ਕੀ ਸੀਗਾ, ਇਹ ਜਿਹੜੀ ਸੈਂਟਰ ਲੇਸ ਹੈ, ਇਹ ਇੱਕ ਵਰਕਸ਼ਾਪ ਦੇ ਵਿੱਚ ਇੱਕ ਤਰ੍ਹਾਂ ਦੀ ਮਸ਼ੀਨ ਪ੍ਰਯੋਗ ਕੀਤੀ ਜਾਂਦੀ ਸੀ, ਜਿਸ ਵਿੱਚ ਖਰਾਦ ਮਸ਼ੀਨ ਦਾ ਬਹੁਤ ਹੀ ਉਪਯੋਗ ਮਹੱਤਵਪੂਰਨ ਮਸ਼ੀਨ ਸੀਗੀ। ਜਿਹੜੀ ਇਹ ਮਸ਼ੀਨ ਸੀ, ਇੱਕ ਮਹੱਤਵਪੂਰਨ ਖਰਾਦ ਮਸ਼ੀਨ ਸੀਗੀ, ਜਿਸ ਵਿੱਚ ਜਾਬ ਨੂੰ ਵੱਢ ਕੇ ਉਸ ਨੂੰ ਘੁਮਾ ਕੇ ਕਟਾਈ ਤੇ ਮਸ਼ੀਨਰੀ, ਜਿਹੜਾ ਇਹਦਾ ਆਪਾਂ ਇਹਦੇ ਵਿੱਚ ਜਾਬ ਨੂੰ ਬੰਨ ਕੇ ਘੁਮਾਇਆ ਜਾਂਦਾ ਸੀਗਾ। ਤੇ ਇਸ ਮਸ਼ੀਨ ਵਿੱਚ ਜਾਬ ਦੇ ਉੱਪਰ ਗੋਲ, ਬੇਲਣਾਕਾਰ ਅਤੇ ਸਮਤਲ ਦੀ ਸਤ੍ਹਾ ਤੇ ਆਸਾਨੀ ਨਾਲ ਬਣਾਈ ਜਾਂਦੀ ਹੈ। ਇਹਦੇ ਵਿੱਚ ਆਪਾਂ ਗੋਲ ਸਤ੍ਹਾ ਦੀਆਂ ਹੀ ਚੀਜ਼ਾਂ ਆਸਾਨੀ ਨਾਲ ਬਣਾ ਸਕਦੇ ਹਾਂ। ਇਸ ਮਸ਼ੀਨ ਦਾ ਮੁੱਖ ਕੰਮ ਜਾਬ ਨੂੰ ਘੁਮਾਉਣਾ ਹੈ। ਇਹਦਾ ਜਿਹੜਾ ਮੁੱਖ ਕੰਮ ਹੈ ਜਾਬ ਨੂੰ ਘੁਮਾਉਣਾ ਤੇ ਘੁੰਮਦੀ ਹੋਈ ਜਾਬ ਤੇ ਕਟਿੰਗ ਦੁਆਰਾ ਕਟਾਈ ਕਰਦੇ ਹੋਏ ਭਿੰਨ ਆਕਾਰ ਦੀ ਸਤ੍ਹਾ ਬਣਾਉਂਦਾ ਤੇ ਦੂਸਰੀ ਕਿਰਿਆਵਾਂ ਕਰਨਾ। ਜਿਵੇਂ ਉਹ ਘੁੰਮਦਾ ਜਾਂਦਾ ਤੇ ਟੂਲ ਦੇ ਨਾਲ ਆਪਾਂ ਇਹਦੀ ਕਟਾਈ ਕਰਨੀ, ਕਟਾਈ ਕਰਨੇ ਕੀ ਸਤ੍ਹਾ ਬਦਲਦੀ ਰਹਿਣੀ ਆ। ਇਸ ਮਸ਼ੀਨ ਦਾ ਸਪਿੰਡਲ ਅਲੱਗ-ਅਲੱਗ ਗਤੀਆਂ ਤੇ ਘੁਮਾਇਆ ਜਾਂਦਾ ਵਾ ਅਤੇ ਜਾਬ ਨੂੰ ਪਕੜਨ ਲਈ ਚੱਕ, ਫੇਸ, ਡਰਾਈਵਿੰਗ ਪਲੇਟ, ਐਂਗਲ ਪਲੇਟ ਅਤੇ ਸਟੇਡ ਐਜ ਆਦਿ ਦਾ ਪ੍ਰਯੋਗ ਕਰਦੇ ਹਨ। ਇਸ ਦੇ ਸਪਿੰਡਲ ਨੂੰ ਬਿਜਲੀ ਦੀ ਮੋਟਰ ਜਾਂ ਇੰਜਨ ਦੇ ਦੁਆਰਾ ਵੀ ਚਲਾਇਆ ਜਾਂਦਾ। ਇਸ ਵਿੱਚ ਕਟਿੰਗ ਟੂਲ ਨੂੰ ਜ਼ਿਆਦਾ ਟੂਲ ਪੋਸਟ ਵਿੱਚ ਪਕੜਿਆ ਜਾਂਦਾ ਹੈ। ਇਸ ਵਿੱਚ ਫਿੱਟ ਸਲਾਈਡ ਦੀ ਸਹਾਇਤਾ ਨਾਲ ਟੂਲ ਨੂੰ ਭਿੰਨ ਦਿਸ਼ਾ ਵਿੱਚ ਘੁਮਾਇਆ ਜਾਂਦਾ। ਜੇਕਰ ਟੂਲ ਨੂੰ ਕੈਰਜ ਦੁਆਰਾ ਚਲਾਇਆ ਜਾਵੇ ਤਾਂ ਇਸ ਜਾਬ ਦੀ ਧੁਰੀ ਦੇ ਸਮਾਨ ਅੰਤਰ ਚੱਲਦਾ ਹੈ ਅਤੇ ਜਾਬ ਦੇ ਸਿਲੰਡਰੀਕਲ ਸਤ੍ਹਾ ਤਿਆਰ ਕਰਦਾ ਤੇ ਕ੍ਰਾਸ ਸਲਾਈਡ ਗਤੀ ਦੁਆਰਾ 90 ਡਿਗਰੀ ਦਾ ਕੋਣ ਤੇ ਮਸ਼ੀਨ ਨੂੰ ਸਮਾਨ ਅੰਤਰ ਚਲਾ ਦਿੰਦਾ। ਇਹ ਕੀ ਕਰਦਾ ਹੈ, ਇਹਦਾ ਜਦੋਂ ਇੱਕ ਸਮਾਨ ਅੰਤਰ ਬਿਲਕੁਲ ਬਰਾਬਰ ਉਹਦੇ ਅੱਗੇ ਪਿੱਛੇ ਨਹੀਂ ਚੱਲਦਾ, ਸਮਾਨ ਅੰਤਰ ਚੱਲਦਾ। ਸਾਰੀਆਂ ਮਸ਼ੀਨਾਂ ਦੀ ਮਾਂ ਕਿਹਾ ਜਾਂਦਾ ਹੈ। ਇਸ ਦਾ ਵਰਕਸ਼ਾਪਾਂ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ। ਇਸ ਉੱਪਰ ਉਤਪਾਦਨ ਤੇ ਬਹੁਤ ਵੱਡੇ ਭਾਗਾਂ ਦਾ ਤਿਆਰ ਕੀਤਾ ਜਾਂਦਾ ਹੈ। ਇਹਦੇ ਵਿੱਚ ਕਿਉਂਕਿ ਇਸ ਮਸ਼ੀਨ ਉੱਪਰ ਸਾਰੀਆਂ ਮਸ਼ੀਨਾਂ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ
ਆਪਰੇਸ਼ਨ ਕੀਤੇ ਜਾਂਦੇ ਆ, ਜਿਵੇਂ ਸਲਾਈਡਿੰਗ, ਪੇਸਿੰਗ, ਟੇਪਿੰਗ, ਟਰਨਿੰਗ, ਥ੍ਰੈਡਿੰਗ, ਬੋਰਿੰਗ, ਟੈਪਿੰਗ, ਲੀਵਿੰਗ, ਡਰਲਿੰਗ, ਡ੍ਰਿਲਿੰਗ, ਫਾਰਮਿੰਗ, ਵਾਟਰਿੰਗ ਤੇ ਗਰੂਵਿੰਗ, ਮਿਲਿੰਗ, ਗ੍ਰਾਈਂਡਿੰਗ। ਇਸ ਦੀ ਲੇਥ ਦਾ ਆਪਣਾ ਇੱਕ ਅਲੱਗ ਵਿਸ਼ੇਸ਼ ਸਥਾਨ ਹੈ, ਇਹਦਾ ਇੱਕ ਆਪਣਾ ਅਲੱਗ ਵਿਸ਼ੇਸ਼ ਸਥਾਨ ਹੈ। ਇਹ ਸੀ ਆਪਣੀ ਇਹਨਾਂ ਦੀ ਹਿਸਟਰੀ। ਇਸ ਦਾ ਸਿਧਾਂਤ ਕੀ ਆ, ਇਹਦੇ ਵਿੱਚ ਕੀ ਆ, ਇਹਦਾ ਮੁੱਖ ਕੰਮ ਕੀ ਹੈਗਾ। ਲੇਥ ਮਸ਼ੀਨ ਦਾ ਮੁੱਖ ਕੰਮ ਹੈ ਕਿ ਵਰਕ ਪੀਸ ਨੂੰ ਮਜ਼ਬੂਤੀ ਨਾਲ ਪਕੜਨਾ ਅਤੇ ਰੋਟਰੀ ਮੋਸ਼ਨ ਵਿੱਚ ਘੁਮਾਉਣਾ ਅਤੇ ਘੁੰਮਦੇ ਹੋਏ ਵਰਕ ਪੀਸ ਨੂੰ ਲੇਥ ਮਸ਼ੀਨ ਦੇ ਵਰਕ ਪੀਸ ਨੂੰ ਪਕੜਨ ਲਈ ਲੇਥ ਚੱਕ ਤੇ ਫੇਸ ਪਲੇਟ ਦਾ ਪ੍ਰਯੋਗ ਕੀਤਾ ਜਾਂਦਾ ਤੇ ਲੇਥ ਚੱਕ ਜਾਂ ਫੇਸ ਪਲੇਟ ਨੂੰ ਹੈਡ ਸਟਾਕ ਸਪਿੰਡਲ ਦੀ ਚੂੜੀ ਵਾਲੇ ਭਾਗ ਤੇ ਫਿੱਟ ਕੀਤਾ ਜਾਂਦਾ ਤੇ ਕਟਿੰਗ ਟੂਲ ਨੂੰ ਟੂਲ ਪੋਸਟ ਵਿੱਚ ਮਜ਼ਬੂਤੀ ਨਾਲ ਪਕੜਿਆ ਜਾਂਦਾ ਤੇ ਆਲੇ ਤੇ ਘੁੰਮਦੀ ਹੋਈ ਜਾਬ ਨੂੰ ਉਲਟੀ ਫੀਡ ਦੇ ਕੇ ਇਸ ਦੁਆਰਾ ਆਉਣ ਲੋੜੀਂਦੀ ਧਾਤ ਨੂੰ ਕੱਟਿਆ ਜਾਂਦਾ ਹੈ ਅਤੇ ਜਾਬ ਨੂੰ ਡਰੈਂਗ ਦੇ ਅਨੁਸਾਰ ਤਿਆਰ ਕੀਤਾ ਜਾਂਦਾ। ਠੀਕ ਹੈ ਜੀ, ਇਹ ਸੀਗਾ ਇਹਦਾ। ਇਹਦੇ ਵਿੱਚ ਇਸ ਨੂੰ ਚਲਾਉਣ ਵਾਸਤੇ ਕੁਝ ਸਾਡੇ ਕੋਲੋਂ ਸਾਵਧਾਨੀਆਂ ਹੈਗੀਆਂ ਨੇ ਜੀ। ਜਦੋਂ ਆਪਾਂ ਇਸ ਦੇ ਉੱਪਰ ਕੰਮ ਕਰਨਾ, ਉਹ ਸਾਨੂੰ ਸਾਵਧਾਨੀਆਂ ਵਿੱਚ ਵੀ ਜ਼ਰੂਰੀ ਹੋਣਾ ਚਾਹੀਦੀਆਂ ਵਾ, ਜਾਣਕਾਰੀ ਹੋਣੀ ਜ਼ਰੂਰੀ ਆ, ਨਹੀਂ ਤੇ ਆਪਾਂ ਕੋਈ ਨਾ ਕੋਈ ਨੁਕਸਾਨ ਕਰ ਸਕਦੇ ਹਾਂ। ਜਿਵੇਂ ਕਿ ਮਸ਼ੀਨ ਨੂੰ ਚਲਾਉਣ ਤੋਂ ਪਹਿਲਾਂ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਜਦੋਂ ਆਪਾਂ ਇਸ ਮਸ਼ੀਨ ਨੂੰ ਚਲਾਉਣਾ ਵਾ, ਇਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਮਸ਼ੀਨ ਦੇ ਲੌਕ ਸਥਿਤੀ ਵਿੱਚ ਹੈ ਜਾਂ ਨਹੀਂ, ਇਸ ਬਾਰੇ ਹੀ ਚੱਕ ਨੂੰ ਹੱਥ ਨਾਲ ਘੁਮਾ ਕੇ ਦੇਖ ਲੈਣਾ ਚਾਹੀਦਾ। ਜੇ ਮਸ਼ੀਨ ਦੀ ਆਪਣੀ ਸਥਿਤੀ ਦੇਖਣੀ ਚਾਹੀਦੀ ਹੈ, ਚੱਕ ਨੂੰ ਹੱਥ ਨਾਲ ਘੁਮਾ ਕੇ ਦੇਖ ਲੈਣਾ ਚਾਹੀਦਾ। ਮਸ਼ੀਨ ਨੂੰ ਚਲਾਉਣ ਤੋਂ ਪਹਿਲਾਂ ਜਾਬ ਤੇ ਟੇਲ ਸਟਾਕ ਆਦਿ ਮਜ਼ਬੂਤੀ ਨਾਲ ਬੰਨੇ ਹੋਣੇ ਚਾਹੀਦੇ ਹਨ। ਚੱਕ ਵਿੱਚ ਕੀ ਨਹੀਂ ਫਸੀ ਹੋਣੀ ਚਾਹੀਦੀ। ਲੰਮੀਆਂ ਜਾਬਾਂ ਨੂੰ ਸਹਾਰਾ ਦੇਣ ਲਈ ਸਟੱਡੀ ਦਾ ਪ੍ਰਯੋਗ ਜਾਂ ਟੇਲ ਸਟਾਕ ਜਾਂ ਸੈਂਟਰ ਦਾ ਪ੍ਰਯੋਗ ਕਰਨਾ ਚਾਹੀਦਾ। ਚੱਲਦੀ ਜਾਂ ਘੁੰਮਦੀ ਹੋਈ ਹਾਲਤ ਵਿੱਚ ਜਾਬ ਨੂੰ ਮਾਪਣਾ ਨਹੀਂ ਚਾਹੀਦਾ। ਚੱਕ ਨੂੰ ਖੋਲਣ ਅਤੇ ਫਿੱਟ ਕਰਦੇ ਸਮੇਂ ਲੱਕੜ ਦੇ ਬਲੌਕ ਰੱਖਣਾ ਚਾਹੀਦਾ ਹੈ, ਇਸ ਨਾਲ ਬੈੱਡ ਖਰਾਬ ਨਹੀਂ ਹੁੰਦਾ। ਜਾਬ ਮਸ਼ੀਨ ਤੇ ਘੁੰਮਦੇ ਸਮੇਂ ਕਿਸੇ ਵੀ ਭਾਗ ਨਾਲ ਖਾਂਦੀ ਨਹੀਂ ਹੋਣੀ ਚਾਹੀਦੀ। ਚੱਕ ਨੂੰ ਉਤਾਰਦੇ ਸਮੇਂ ਮਜ਼ਬੂਤੀ ਨਾਲ ਪਕੜਨਾ ਚਾਹੀਦਾ। ਚੱਲਦੀ ਮਸ਼ੀਨ ਦੇ ਗੇਅਰ ਨਹੀਂ ਬਦਲਣੇ ਚਾਹੀਦੇ। ਮਸ਼ੀਨ ਤੇ ਕੰਮ ਕਰਦੇ ਸਮੇਂ ਉਚਿਤ ਡਰੈਸ ਪਹਿਨਣੀ ਚਾਹੀਦੀ ਹੈ। ਘੜੀ, ਟਾਈ ਅਤੇ ਕੜਾ ਆਦਿ ਤੇ ਢਿੱਲੇ ਕੱਪੜੇ ਨਹੀਂ ਪਹਿਨਣੇ ਚਾਹੀਦੇ। ਚੱਲਦੀ ਮਸ਼ੀਨ ਤੇ ਜਾਬ ਨੂੰ ਹੱਥ ਨਾਲ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕਦੇ ਵੀ ਜਾਬ ਤੇ ਭਾਰੀ ਕੱਟ ਨਹੀਂ ਲਗਾਉਣਾ ਚਾਹੀਦਾ ਤੇ ਮਸ਼ੀਨ ਦੇ ਸਮਰੱਥਾ ਦੇ ਅਨੁਸਾਰ ਹੀ ਲਾਉਣਾ ਚਾਹੀਦਾ ਕੱਟ ਉਹਦੇ ਤੇ। ਜਿੱਥੇ ਤੱਕ ਹੋ ਸਕੇ ਕਿ ਧਾਤੂ ਦੇ ਅਨੁਸਾਰ ਹੀ ਕੂਲੈਂਟ ਦਾ ਪ੍ਰਯੋਗ ਕਰਨਾ ਚਾਹੀਦਾ ਤੇ ਧਾਤੂ ਦੇ ਅਨੁਸਾਰ ਹੀ ਮਸ਼ੀਨ ਦੀ ਸਪੀਡ ਰੱਖਣੀ ਚਾਹੀਦੀ ਹੈ। ਟਰਨਿੰਗ ਜਾਂ ਦੂਸਰੇ ਆਪਰੇਸ਼ਨ ਕਰਦੇ ਸਮੇਂ ਜਾਬ ਵਿੱਚ ਕੰਪਣਾ ਨਹੀਂ ਹੋਣਾ ਚਾਹੀਦਾ, ਕੰਬਦੀ ਨਹੀਂ ਹੋਣੀ ਚਾਹੀਦੀ। ਕਟਿੰਗ ਟੂਲ ਨੂੰ ਟੂਲ ਪੋਸਟ ਵਿੱਚ ਜ਼ਿਆਦਾ ਬਾਹਰ ਕੱਢ ਕੇ ਨਹੀਂ ਬਣਨਾ ਚਾਹੀਦਾ। ਇਹ ਸੀ ਸਾਡਾ ਸੇਫਟੀ ਪ੍ਰੀਕਾਸ਼ਨ। ਦੋ ਕੁ ਆਪਾਂ ਲੇਥਾਂ ਬਾਰੇ ਹੋਰ ਕਰ ਲੈਂਦੇ। ਇੱਕ ਇਹਦੇ ਵਿੱਚ ਸਾਡੇ ਕੋਲ ਜਿਹੜੀ ਮਹੱਤਵਪੂਰਨ ਲੇਥ ਆਈ ਹੈ, ਬੈਂਚ ਲੇਥ ਆ ਇੱਕ, ਉਹਦੇ ਬਾਰੇ ਥੋੜਾ ਜਿਹਾ ਆਪਾਂ ਕਰਾਂਗੇ ਵਿਚਾਰ ਵਟਾਂਦਰਾ। ਤੇ ਉਸ ਤੋਂ ਬਾਅਦ ਇੰਜਨ ਲੇਥ ਆ। ਇੰਜਨ ਲੇਥ ਜਾਂ ਸੈਂਟਰ ਲੇਥ ਇੱਕ ਹੀ ਹੈ ਜੀ। ਜਿਹੜੀ ਬੈਂਚ ਲੇਥ ਆ
ਇਸ ਤਰ੍ਹਾਂ ਦੀ ਜਿਹੜੀ ਖਰਾਦ ਮਸ਼ੀਨ ਆ ਸਟੈਂਡਰ ਤੇ ਫਿਟਿੰਗ ਹੁੰਦੀ ਹੈ, ਇਹ ਬੈਂਚ ਦੇ ਉੱਤੇ ਫਿੱਟ ਕੀਤੀ ਜਾਂਦੀ ਆ। ਇਸ ਵਿੱਚ ਦੂਸਰੀ ਖਰਾਦਾਂ ਦੀ ਤਰ੍ਹਾਂ ਸਾਰੇ ਪਾਰਟਸ ਹੁੰਦੇ ਹਨ, ਪਰ ਇਹ ਸਾਈਜ਼ ਵਿੱਚ ਛੋਟੀ ਹੁੰਦੀ ਹੈ। ਇਸ ਦੇ ਉੱਪਰ ਸਾਰੇ ਆਪਰੇਸ਼ਨ ਕੀਤੇ ਜਾਂਦੇ ਆ। ਇਸ ਦੇ ਬੈੱਡ ਦੀ ਲੰਬਾਈ 1400 ਮਿਲੀਮੀਟਰ ਹੁੰਦੀ ਹੈ ਤੇ ਇਸ ਦੇ ਮਤਲਬ ਕਿ ਜਿਹੜਾ ਉਹਦਾ ਵਿਆਸ ਆ ਉਹ 30 ਮਿਲੀਮੀਟਰ ਜਾਬ ਘੁਮਾ ਸਕਦਾ ਵਾ ਤੇ ਇਸ ਦੇ ਸਪਿੰਡਲ ਦੀ ਗਤੀ ਜਿਹੜੀ 125 ਤੋਂ ਲੈ ਕੇ 4000 ਪ੍ਰਤੀ ਚੱਕਰ ਮਿੰਟ ਹੁੰਦੀ ਆ। ਇੰਜਨ ਲੇਸ ਦੇ ਬਾਰੇ ਆਪਾਂ ਹੁਣ ਥੋੜਾ ਜਿਹਾ ਇੰਜਨ ਲੇਸ ਜਿਹੜੀ ਹੈ ਹੋ ਗਿਆ ਖਰਾਦ ਵਿੱਚ ਸਭ ਤੋਂ ਜ਼ਿਆਦਾ ਉਪਯੋਗ ਕਿਸੇ ਲੇਸ ਦਾ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਇਸ ਨੂੰ ਇੰਜਨ ਨਾਲ ਚਲਾਇਆ ਜਾਂਦਾ ਸੀ, ਇਸ ਲਈ ਇਸ ਨੂੰ ਇੰਜਨ ਲੇਸ ਆਖਦੇ ਹਨ, ਪਰ ਅੱਜ ਕੱਲ ਇਸ ਨੂੰ SS ਔਰ SCL ਕਹਿੰਦੇ ਹਨ, ਜਿਸ ਦਾ ਅਰਥ ਹੈ ਸਲਾਈਡਿੰਗ ਫੇਸਿੰਗ ਸਕਰੂ। ਇਸ ਲੇਸ ਮਸ਼ੀਨ ਵਿੱਚ ਬੈੱਡ ਤੇ ਹੈਡ, ਟੇਲ ਸਟਾਕ, ਟੂਲ ਪੋਸਟ, ਕੈਰੇਜ, ਕ੍ਰਾਸ ਸਲਾਈਡਿੰਗ ਤੇ ਫੀਡ ਸਾਬਟ ਤੇ ਲੀਡ ਸਕਰੂ ਆਦਿ ਸਾਰੇ ਭਾਗ ਹੁੰਦੇ ਹਨ, ਜਿਸ ਵਿੱਚ ਫੀਡ ਹੱਥ ਦੁਆਰਾ ਜਾਂ ਪਾਵਰ ਦੁਆਰਾ ਵੀ ਦਿੱਤੀ ਜਾਂਦੀ ਆ। ਠੀਕ ਹੈ ਜੀ। ਇਹਦੇ ਵਿੱਚ ਜਿਹੜੇ ਉਸ ਤੋਂ ਬਾਅਦ ਇਹਨਾਂ ਦੇ ਫਿਰ ਹੈਡ ਸਟਾਕ ਆ ਜਾਂਦੇ ਆ, ਬੈਲਟ ਡਰਾਈ ਤੇ ਮੋਟਰ ਚਲਤ ਤੇ ਆਲ ਗੇਅਰ ਹੈਡ। ਠੀਕ ਹੈ। ਜਿਹੜੇ ਬੈਲਟ ਡਰਾਈ ਹੈ ਗਰੁੱਪ ਵਿੱਚ ਸਹੀ ਸਹਾਇਤਾ ਨਾਲ ਮਸ਼ੀਨ ਨੂੰ ਚਲਾਇਆ ਜਾਂਦਾ ਹੈ, ਜਿਸ ਵਿੱਚ ਇੱਕ ਹੀ ਮੋਟਰ ਤੇ ਕਈ ਮਸ਼ੀਨਾਂ ਨੂੰ ਚਲਾਉਂਦੀ ਹੈ ਤੇ ਮੋਟਰ ਚੱਲਦਿਆਂ ਹੀ ਹਰੇਕ ਮਸ਼ੀਨ ਤੇ ਆਪਣੀ ਆਪਣੀ ਮੋਟਰ ਵੀ ਹੁੰਦੀ ਹੈ, ਜਿਸ ਵਿੱਚ ਕੋਨ ਪੁਲੀ ਟਾਈਪ ਹੈਡ ਹੁੰਦਾ ਹੈ, ਜਿਸ ਵਿੱਚ ਗਾਈਡ ਹੈਡ, ਗੇਅਰ ਹੈਡ ਵਿੱਚ ਗਰਾਰੀਆਂ ਦਾ ਦੂਸਰਾ ਸਪਿੰਡਲ ਅਲੱਗ-ਅਲੱਗ ਗਤੀਆਂ ਵਿੱਚ ਚਲਾਇਆ ਜਾਂਦਾ ਹੈ। ਉਹਦੇ ਵਿੱਚ ਕੀ ਸੀ, ਇਹ ਜਿਹੜੇ ਹੈਡ ਆ ਇਹਦੇ ਵਿੱਚ ਪਹਿਲੇ ਕੀ ਇੱਕ ਮੋਟਰ ਸੀ, ਇੱਕ ਮੋਟਰ ਦੇ ਨਾਲ ਵਰਕਸ਼ਾਪ ਦੇ ਵਿੱਚ ਇੱਕੋ ਥਾਂ ਮੋਟਰ ਲੱਗੀ, ਜਿਵੇਂ ਆਟਾ ਚੱਕੀ ਦੇ ਵਿੱਚ ਹੁੰਦਾ ਇੱਕ ਮੋਟਰ ਲੱਗੀ ਹੁੰਦੀ ਹੈ ਤੇ ਬਾਕੀ ਡਰਾਈ ਇਸ ਤਰ੍ਹਾਂ ਤਰੀਕੇ ਦੀ ਉਹਨਾਂ ਨੇ ਬਣਾਈ ਹੁੰਦੀ ਹੈ ਕਿ ਸਾਰੀਆਂ ਹੀ ਮੋਟਰਾਂ ਉਹਦੇ ਨਾਲ ਚੱਲਦੀਆਂ ਸੀ, ਉਹ ਸਾਰੀਆਂ ਮਸ਼ੀਨਾਂ ਨੂੰ ਚਲਾਉਂਦੇ ਸੀ। ਪਰ ਉਸ ਤੋਂ ਗਾਂ ਆਗੇ ਉਹਨਾਂ ਨੇ ਕੀ ਕੀਤਾ, ਇਹਨਾਂ ਨੂੰ ਬਦਲ ਦਿੱਤਾ। ਜਿਹੜਾ ਇਹਨਾਂ ਦਾ ਸੀਗਾ ਉਹ ਹਰ ਇੱਕ ਮੋਟਰ ਦੇ ਮਸ਼ੀਨ ਦੇ ਨਾਲ ਗੇਅਰ ਹੈਡ ਜਿਹੜਾ ਬਣਾ ਕੇ ਉਹਦੇ ਨਾਲ ਹਰ ਇੱਕ ਮਸ਼ੀਨ ਦੇ ਨਾਲ ਇੱਕ ਇੱਕ ਮੋਟਰ ਲਾਤੀ। ਉਹਦੇ ਨਾਲ ਕੀ ਹੋਇਆ ਕਿ ਆਪਣੀ ਸਪੀਡ ਸਾਰਿਆਂ ਦੀ ਆਪੋ ਜਿਹੜੀ ਸਪੀਡ ਚਾਹੀਦੀ ਜਿਹੜੀ ਮਸ਼ੀਨ ਨੂੰ ਉਹ ਬਦਲ ਸਕਦਾ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲੋਂ ਮੇਨ ਪਾਰਟਸ। ਇਸ ਮਸ਼ੀਨ ਦੇ ਮੇਨ ਪਾਰਟਸ ਕੀ ਆ, ਇਹਦੇ ਹੈਡ ਸਟਾਕ ਆ, ਕਵਿਕ ਗੇਜ, ਚੇਂਜ ਗੇਜ, ਬਾਕਸ, ਕੈਰੇਜ, ਕਲਾਸ ਸਲਾਈਡ, ਕੰਪਲਾਉਡ ਸਲਾਈਡ, ਟੇਲ ਸਟਾਕ, ਬੈੱਡ, ਲੈਗਸ ਤੇ ਲੀਡ ਸਕਰੂ ਤੇ ਫੀਡ ਸਾਫਟ। ਇਸ ਤੋਂ ਪਹਿਲਾਂ ਆਪਾਂ ਚੱਲਾਂਗੇ ਹੈਡ ਸਟਾਕ। ਹੈਡ ਸਟਾਕ ਕੀ ਆ? ਹੈਡ ਸਟਾਕ ਇਸ ਮਸ਼ੀਨ ਦਾ ਇੱਕ ਸਿਰ ਵਾ, ਜਿਸ ਨੂੰ ਆਪਾਂ ਹੈਡ ਸਟਾਕ ਕਹਿ ਦਿੰਦੇ, ਉਹਦਾ ਹੈਡ ਆ ਉਹਦਾ। ਇਹਦੇ ਵਿੱਚ ਕੀ ਆ, ਇਹ ਲੇਥ ਮਸ਼ੀਨ ਦਾ ਫਿਕਸ ਯੂਨਿਟ ਹੁੰਦਾ, ਇਸ ਨੂੰ ਖੱਬੇ ਪਾਸੇ ਫਿੱਟ ਕੀਤਾ ਜਾਂਦਾ। ਇਸ ਦੇ ਮੁੱਖ ਕੰਮ ਇਸ ਤਰ੍ਹਾਂ ਨੇ, ਇਸ ਵਿੱਚ ਕੰਮ ਨੂੰ ਪਕੜਨ ਦੀ ਰਿਵੋਲਵਿੰਗ ਫਿੱਟ ਕੀਤੀ ਜਾਂਦੀ ਹੈ। ਇਹਦੇ ਵਿੱਚ ਜਿਹੜਾ ਕੰਮ ਕਰਨਾ ਆਪਾਂ ਉਹ ਡਿਵਾਈਸ ਫਿੱਟ ਕਰਦੇ ਹਾਂ। ਇਸ ਦੁਆਰਾ ਹੀ ਪਾਵਰ ਨੂੰ ਬਿਜਲੀ ਦੀ ਮੋਟਰ ਤੇ ਸਪਿੰਡਲ
ਤੱਕ ਪਹੁੰਚਾਇਆ ਜਾਂਦਾ। ਹੈਡ ਸਟਾਕ ਵਿੱਚ ਗੇਅਰ ਅਤੇ ਬੈਰਿੰਗ ਆਦਿ ਦੇ ਲੁਬਰੀਕੇਟ ਦੇਣ ਵਾਲੇ ਸਾਧਨ ਵੀ ਵਿੱਚ ਫਿੱਟ ਕੀਤੇ ਜਾਂਦੇ ਆ ਤੇ ਹੈਡ ਸਟਾਕ ਵਿੱਚ ਫਿੱਟ ਲੀਵਰ ਲੱਗੇ ਹੁੰਦੇ ਹਨ, ਜਿਨ੍ਹਾਂ ਤੋਂ ਆਪਾਂ ਭਿੰਨ ਭਿੰਨ ਗਤੀਆਂ ਤੇ ਆਦਿ ਪ੍ਰਕਾਰ ਦੀਆਂ ਗਤੀਆਂ ਪ੍ਰਾਪਤ ਕਰ ਸਕਦੇ ਹਾਂ। ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਇਹ ਜਿਹੜਾ ਸਾਡਾ ਹੈਡ ਸਟਾਕ ਸੀਗਾ ਜੀ। ਇਸ ਤੋਂ ਆ ਗਿਆ ਬੈੱਡ। ਆਪਾਂ ਥੋੜਾ ਥੋੜਾ ਲਾਂਗੇ ਕਿ ਬੈੱਡ ਕੀ ਆ ਆਪਣੇ ਕੋਲ ਪਹਿਲੇ ਦੇਖੀਏ। ਇਹ ਮਸ਼ੀਨ ਦਾ ਉਹ ਭਾਗ ਆ ਜਿਹੜਾ ਲੱਤਾਂ ਦੇ ਉੱਤੇ ਫਿੱਟ ਕੀਤਾ ਜਾਂਦਾ, ਜਿਸ ਦੇ ਖੱਬੇ ਪਾਸੇ ਹੈਡ ਸਟਾਕ ਫਿੱਟ ਕੀਤਾ ਜਾਂਦਾ ਅਤੇ ਖੱਬੇ ਪਾਸੇ ਇਹਦੇ ਟੇਲ ਸਟਾਕ ਫਿੱਟ ਕੀਤਾ ਜਾਂਦਾ। ਇਸ ਦੇ ਉੱਪਰ ਲੇਥ ਮਸ਼ੀਨ ਦੇ ਕਈ ਤਰ੍ਹਾਂ ਦੇ ਭਾਗ ਫਿੱਟ ਹੁੰਦੇ ਹਨ, ਜਿਨ੍ਹਾਂ ਨੂੰ ਇਹੀ ਸਹੀ ਅਲਾਈਨਮੈਂਟ ਪ੍ਰਦਾਨ ਕਰਦਾ। ਇਹਦਾ ਬੈੱਡ ਦਾ ਕੰਮ ਇਹ ਹੈ, ਇਹਦੇ ਉੱਤੇ ਕਈ ਤਰ੍ਹਾਂ ਦੇ ਆਪਾਂ ਜਿਹੜੇ ਐਡਵਾਈਜ਼ ਫਿੱਟ ਕਰ ਲੈਂਦੇ ਆ, ਪਰ ਇਹਦਾ ਕੰਮ ਇਹ ਹੈ ਕਿ ਉਹਦਾ ਭਾਰ ਸਹਿਣਾ ਤੇ ਉਹਨੂੰ ਸਹੀ ਦਿਸ਼ਾ ਦੇਣੀ, ਉਹਦੀ ਅਲਾਈਨਮੈਂਟ ਸਹੀ ਰੱਖਣੀ ਤੇ ਉੱਪਰ ਗਾਈਡ ਵੇ ਜਾਂ ਸਲਾਈਡ ਬਣੇ ਹੁੰਦੇ ਆ, ਜਿਹੜੇ ਆਪਰੇਸ਼ਨ ਯੂਨਿਟ ਨੂੰ ਅੱਗੇ ਪਿੱਛੇ ਚਲਾਉਣ ਵਿੱਚ ਸਹਾਇਤਾ ਕਰਦੇ ਆ, ਜਿਹਨਾਂ ਨੂੰ ਆਪਾਂ ਅੱਗੇ ਪਿੱਛੇ ਚੱਲਣ ਦੇ ਵਿੱਚ ਸਹਾਇਤਾ ਕਰਕੇ ਫਿਰ ਮੁੜ ਕੇ ਇਹਨਾਂ ਦੇ ਗਾੜੀ ਆ ਜਾਂਦੇ ਆ ਪਾਰਟਸ ਥੋੜੇ ਜਿਹੇ। ਠੀਕ ਹੈ ਜੀ। ਇਹ ਜਿਹੜੇ ਬੈੱਡ ਹੈ ਇਹ ਆਪਣੇ ਜ਼ਰੂਰੀ ਹੈ। ਇਹਦੇ ਵਿੱਚ ਗਾਂ ਸਾਡੇ ਕੋਲ ਆ ਜਾਂਦਾ ਜੀ ਇੱਕ ਫਲੈਟ ਬੈੱਡ ਆ ਗਿਆ, ਵੀ ਬੈੱਡ ਆ ਗਿਆ ਤੇ ਕੰਬੀਨੇਸ਼ਨ ਬੈੱਡ ਤੇ ਗੈਪ ਬੈੱਡ। ਜਿਹੜਾ ਫਲੈਟ ਬੈੱਡ ਆ ਇਹ ਜਿਹੜਾ ਫਲਾਈਟ ਬੈੱਡ ਆ ਇਸ ਤਰ੍ਹਾਂ ਦਾ ਹੈ, ਇਹ ਘੱਸਦਾ ਘੱਟ ਆ ਤੇ ਇਸ ਵਿੱਚ ਬੀਅਰਿੰਗ ਦੀ ਸਤ੍ਹਾ ਜ਼ਿਆਦਾ ਹੁੰਦੀ ਹੈ, ਜਿਸ ਵਿੱਚ ਛੋਟੇ ਛੋਟੇ ਚਿਪਸ ਅਤੇ ਧੂੜ ਕਣ ਫਸਣ ਦੀ ਸੰਭਾਵਨਾ ਰਹਿੰਦੀ ਹੈ। ਜਿਹੜੇ ਇਹ ਬੈੱਡ ਹੈ ਨਾ, ਇਹਦੇ ਵਿੱਚ ਗੈਪ ਥੋੜਾ ਜਿਹਾ ਰਹਿ ਜਾਂਦਾ। ਇਹਦੇ ਵਿੱਚ ਸਾਡੇ ਕੋਲ ਇਹ ਆ ਵੀ ਜਿਹੜੀ ਧੂੜ ਆ ਜਾਂ ਆਪਾਂ ਚਿਪਸ ਕਰਦੇ ਆ ਉਹਦੇ ਥੱਲੇ ਫਸ ਜਾਂਦਾ ਵਾ, ਉਹਦੀ ਜਿਹੜੀ ਉਹ ਵਿੱਚ ਗੈਪ ਦੇ ਵਿੱਚ ਧੂੜ ਵੀ ਫਸ ਜਾਂਦੀ ਆ, ਉਹ ਵੀ ਫਸ। ਇਸ ਕਰਕੇ ਇਹਨਾਂ ਦੀ ਸ਼ੁੱਧਤਾ ਘੱਟ ਹੁੰਦੀ ਹੈ, ਇਹਨੇ ਸ਼ੁੱਧ ਨਹੀਂ। ਇਸ ਵਿੱਚ ਕੈਰਜ ਨੂੰ ਚਲਾਉਣ ਵਿੱਚ ਜ਼ਿਆਦਾ ਸ਼ਕਤੀ ਲੱਗਦੀ ਹੈ ਤੇ ਇਸ ਤਰ੍ਹਾਂ ਦੇ ਬੈੱਡ ਰਫ ਅਤੇ ਭਾਰੀ ਕੰਮਾਂ ਲਈ ਜ਼ਿਆਦਾ ਪ੍ਰਯੋਗ ਕਰਦੇ ਹਨ। ਇਹਦਾ ਅਸੀਂ ਜਿਹੜਾ ਪ੍ਰਯੋਗ ਆ ਉਹ ਭਾਰੇ ਕੰਮਾਂ ਵਾਸਤੇ ਜਾਂ ਰਫ ਜਿਹੜੇ ਕੰਮ ਕਰਨੇ ਆ ਉਹਨਾਂ ਲਈ ਕਰਦੇ ਹਨ। ਉਸ ਤੋਂ ਬਾਅਦ ਆ ਗਿਆ ਬੀ ਬੈੱਡ। ਬੀ ਬੈੱਡ ਕੀ ਆ? ਇਸ ਤਰ੍ਹਾਂ ਦੀ ਬੈੱਡ ਜਿਹੜਾ ਇਹ 90 ਡਿਗਰੀ ਦੇ ਕੋਣ ਤੇ ਉਲਟੀ ਬੀ ਦੇ ਆਕਾਰ ਵਿੱਚ ਬਣੇ ਹੁੰਦੇ ਹਨ, ਜਿਨ੍ਹਾਂ ਵਿਚਕਾਰ ਸਲਾਈਡਾਂ ਅਤੇ ਮਾਰਗ ਨਿਰਦੇਸ਼ ਚੰਗਾ ਹੁੰਦਾ ਹੈ। ਘਸਣ ਤੇ ਮਸ਼ੀਨ ਦੇ ਅਲਾਈਨਮੈਂਟ ਅਤੇ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਅੱਜ ਕੱਲ੍ਹ ਫਲੈਟ ਬੈੱਡ ਅਤੇ ਵੀ ਬੈੱਡ ਸੰਯੁਕਤ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ। ਬੈੱਡ ਕਾਸਟ ਆਇਰਨ ਅਤੇ ਢਲਾਈ ਦੁਆਰਾ ਹੀ ਬਣਾਏ ਜਾਂਦੇ ਹਨ। ਇਸ ਦੀ ਲੰਬਾਈ ਬੈੱਡ 2 ਜਾਂ 3 ਭਾਗਾਂ ਵਿੱਚ ਢਾਲ ਕੇ ਬਾਅਦ ਵਿੱਚ ਜੋੜ ਦਿੱਤੇ ਜਾਂਦੇ ਆ। ਇਹਨਾਂ ਨੂੰ ਰਫ ਮਸ਼ੀਨੀਕਰਨ ਕਰਨ ਤੋਂ ਬਾਅਦ ਫਿਰ ਸਜੀਸ਼ਨ ਕੀਤੀ ਜਾਂਦੀ ਆ ਅਤੇ ਗ੍ਰਾਈਂਡਿੰਗ ਕਰਕੇ ਇਹਨੂੰ ਉਪਯੋਗ ਵਿੱਚ ਲਿਆਂਦਾ ਜਾਂਦਾ। ਕੰਬੀਨੇਸ਼ਨ ਸੈੱਟ ਬੈੱਡ। ਕੰਬੀਨੇਸ਼ਨ ਜਿਹੜਾ ਬੈੱਡ ਆ ਉਹ ਬਿਲਕੁਲ ਬੀ ਸ਼ੇਪ ਦੀ ਤਰ੍ਹਾਂ ਹੀ ਹੈ।
ਇੱਕ ਹਰ ਥਾਂ ਹੀ ਆਪਾਂ ਲਗਾ ਲੈਂਦੇ ਆ। ਇਹ ਸੇਮ ਹੀ ਬੀ ਸੇਵਾ। ਇਸ ਤਰ੍ਹਾਂ ਦੇ ਬੈੱਡ ਜਿਹੜੇ ਬੈੱਡ ਆ ਫਲੈਟ ਤੇ ਬੀ ਬੈੱਡ ਦੇ ਆਕਾਰ ਦੇ ਸੰਯੁਕਤ ਰੂਪ ਵਿੱਚ ਬਣਾਏ ਜਾਂਦੇ। ਇਹਦੇ ਵਿੱਚ ਕੀ ਆ, ਇਹਦੇ ਚ ਫਲੈਟ ਵੀ ਆ ਤੇ ਬੀ ਸ਼ੇਪ ਵੀ ਆ, ਇਹ ਦੋਨੇ ਹੀ ਆ। ਇੱਕ ਪਾਸੇ ਇਹਦੇ ਦੇਖੋ ਬੀ ਸ਼ੇਪ ਬਣਿਆ, ਦੂਜੇ ਪਾਸੇ ਫਲੈਟ ਆ। ਉਸ ਤੋਂ ਬਾਅਦ ਆ ਜਾਂਦਾ ਜੀ ਸਾਡੇ ਕੋਲ ਗੈਪ ਬੈੱਡ। ਗੈਪ ਬੈੱਡ ਕੀ ਆ ਆਪਣੇ ਕੋਲ, ਇਸ ਤਰ੍ਹਾਂ ਦੇ ਬੈੱਡ ਵਿੱਚ ਸਟੋਕ ਦੇ ਕੋਲ ਇੱਕ ਗੈਪ ਰੱਖਿਆ ਹੁੰਦਾ ਹੈ। ਉਹ ਇਸ ਲਈ ਕਿ ਇਹਨਾਂ ਗੈਪਾਂ ਨੂੰ ਗੈਪ ਬੈੱਡ ਕਹਿੰਦੇ ਹਨ। ਉਹ ਜਿਹੜਾ ਗੈਪ ਰੱਖਿਆ ਇਸ ਲਈ ਇਸ ਨੂੰ ਆਪਾਂ ਗੈਪ ਬੈੱਡ ਕਹਿੰਦੇ ਆ। ਇਸ ਤਰ੍ਹਾਂ ਦੇ ਗੈਪ ਬੈੱਡ ਹੋਣ ਕਰਕੇ ਜਿਹੜੇ ਜ਼ਿਆਦਾ ਸਾਈਜ਼ ਦੀਆਂ ਆਪਣੇ ਕੋਲ ਜਾਬਾਂ ਵਾ, ਉਹ ਆਕਾਸ਼ ਦੀਆਂ ਵਿਕਾਸ ਦੀਆਂ, ਜਿਹੜੇ ਸਾਡੇ ਕੋਲ ਸਾਈਜ਼ ਜ਼ਿਆਦਾ ਵਾ, ਜਿਹਦਾ ਵਿਆਸ ਵੱਡਾ ਵਾ, ਉਹਨੂੰ ਬੰਨਣ ਵਾਸਤੇ ਆਪਾਂ ਇਹਦਾ ਪ੍ਰਯੋਗ ਕਰਦੇ ਹਾਂ। ਗੈਪ ਬੈੱਡ ਉੱਥੇ ਲਗਾਇਆ ਜਾਂਦਾ। ਪਰ ਇਹ ਛੋਟੀਆਂ ਤੇ ਲੰਬਾਈ ਦੀਆਂ ਜਾਬਾਂ ਲਈ ਵਿੱਚ ਕੰਮ ਕਰਨ ਵਿੱਚ ਮੁਸ਼ਕਲ ਹੁੰਦਾ ਹੈ, ਕਿਉਂਕਿ ਇਸ ਦੇ ਵਿੱਚ ਜਦੋਂ ਆਪਾਂ ਛੋਟੀਆਂ ਕੋਈ ਤੇ ਜਾਂ ਲੰਮੀਆਂ ਘੱਟ ਜਾਬਾਂ ਹੋਣ, ਉਹਦੇ ਵਿੱਚ ਆਪਾਂ ਇਹਦੇ ਤੇ ਕੰਮ ਨਹੀਂ ਕਰ ਸਕਦੇ। ਕਿਉਂਕਿ ਜੇ ਆਪਾਂ ਇਹਦੇ ਵਿੱਚ ਕੰਮ ਕਰਾਂਗੇ, ਕਿਉਂਕਿ ਜਿਹੜਾ ਸਾਡਾ ਕੈਰੇਜ ਆ ਉਹ ਅੱਗੇ ਉਹਨੂੰ ਜਗ੍ਹਾ ਨਹੀਂ, ਟੇਕ ਨਹੀਂ ਮਿਲੇਗੀ। ਜਿਹੜੇ ਸਾਡੇ ਕੋਲੋਂ ਪਹਿਲੇ ਬੈੱਡ ਆਏ ਜਿਹਦਾ ਕੰਬੀਨੇਸ਼ਨ ਬੈੱਡ, ਉਹ ਬਿਲਕੁਲ ਹੈਡ ਸਟੋਕ ਦੇ ਨਾਲ ਜੁੜਿਆ। ਇਹ ਹੈਡ ਸਟੋਕ ਦੇ ਨਾਲ ਗੈਪ ਆ, ਇਸ ਕਰਕੇ ਕਿ ਇਹਦੇ ਵਿੱਚ ਵੱਡੀਆਂ ਜਾਬਾਂ, ਲੰਬਾਈ ਵਾਲੀਆਂ ਜਾਬਾਂ ਤੇ ਜਿਹਨਾਂ ਦੇ ਵਿਕਾਸ ਆਕਾਸ਼ ਵੱਡੇ ਆ, ਗੋਲਾਈ ਜ਼ਿਆਦਾ ਵਾ, ਉਹਨਾਂ ਨੂੰ ਆਪਾਂ ਇਹਨਾਂ ਵਿੱਚ ਬੰਨ ਕੇ ਜਾਂ ਸਪਿੰਡਲ ਦੇ ਦੁਆਰਾ ਆਪਾਂ ਉਹਨੂੰ ਕਟਿੰਗ ਕਰਦੇ ਆ। ਇਸ ਤੋਂ ਬਾਅਦ ਸਾਡੇ ਆਏ ਨੇ ਆਪਰੇਸ਼ਨ। ਲੇਥ ਮਸ਼ੀਨ ਤੇ ਕੀਤੇ ਜਾਣ ਵਾਲੇ ਆਪਰੇਸ਼ਨ ਕਿਹੜੇ ਕਿਹੜੇ ਆਪਣੇ ਕੋਲ ਕੀ ਆ। ਜਿਹੜੇ ਲੇਥ ਮਸ਼ੀਨ ਤੇ ਆਪਾਂ ਆਪਰੇਸ਼ਨ ਕਰ ਸਕਦੇ ਆ, ਜਿਹੜੇ ਜਿਹੜੇ ਕੰਮ ਕਰ ਸਕਦੇ ਆ, ਉਹਨਾਂ ਬਾਰੇ ਸਭ ਤੋਂ ਪਹਿਲਾਂ ਤਾਂ ਹੈਗਾ ਫੇਸਿੰਗ, ਫਿਰ ਪਲੇਨ ਟਰਨਿੰਗ, ਸਟੈਪ ਟਰਨਿੰਗ, ਟੇਪਰ ਟਰਨਿੰਗ ਤੇ ਉਤ ਕੇਂਦਰਿਕ ਟਰਨਿੰਗ, ਡਰਿਲਿੰਗ, ਰੀਮਰ, ਟੈਪਿੰਗ, ਬੋਰਿੰਗ, ਪਾਰਟਿੰਗ, ਨਰਲਿੰਗ, ਗਰੂਵ ਅਤੇ ਅੰਡਰਕਟ ਤੇ ਫਾਰਮ ਟਰਨਿੰਗ ਤੇ ਥ੍ਰੈਡ ਟਰਨਿੰਗ। ਇਹ ਤੇ ਆਮ ਕਿਰਿਆਵਾਂ ਜਿਹੜੀਆਂ ਆਪਾਂ ਕਰ ਹੀ ਲੈਂਦੇ ਆ, ਉਹਦੇ ਤੇ ਕਰਨੀਆਂ ਲੇਥ ਮਸ਼ੀਨ ਤੇ। ਇਸ ਤੋਂ ਬਾਅਦ ਹੈਗਾ ਕੁਝ ਵਿਸ਼ੇਸ਼ ਕਿਰਿਆਵਾਂ, ਵਿਸ਼ੇਸ਼ ਕੰਮ ਆ ਜਿਹੜੇ, ਉਹ ਜਿਹੜੀਆਂ ਆਪਾਂ ਅਟੈਚਮੈਂਟ ਆ, ਜਿਹਨੂੰ ਆਪਾਂ ਕਹਿ ਦਿੰਦੇ ਆ ਅਟੈਚਮੈਂਟਾਂ ਲਾ ਕੇ ਉਹ ਆਪਾਂ ਕੰਮ ਕਰਦੇ ਆ। ਉਹ ਕਿਹੜੇ ਨੇ, ਜਿਵੇਂ ਗ੍ਰਾਈਂਡਿੰਗ ਹੋ ਗਿਆ, ਕਾਪੀ ਟਰਨਿੰਗ ਹੋ ਗਈ, ਰਿਵੀਲਿੰਗ ਹੋ ਗਿਆ, ਬਿਲਿੰਗ ਹੋ ਗਈ, ਚਾਬੀ ਕੱਟਣੀਆਂ, ਸਪਰਿੰਗ ਬਣਾਉਣੇ ਤੇ ਸਪਿੰਗਿੰਗ। ਇਹ ਜਿਹੜੀਆਂ ਚੀਜ਼ਾਂ ਵਾ, ਇਹਦੇ ਨਾਲ ਆਪਾਂ ਕੀ ਕਰਦੇ ਆ, ਲੇਥ ਮਸ਼ੀਨ ਤੇ ਕੰਮ ਕਰ ਸਕਦੇ ਆ ਇਹਦੇ ਨਾਲ। ਉਸ ਤੋਂ ਬਾਅਦ ਸਾਡੇ ਕੋਲ ਆ ਫੇਸਿੰਗ। ਫੇਸਿੰਗ ਕਿਰਿਆ ਕੀ ਆ, ਇਹ ਕੀ ਹੈ, ਇਸ ਕਿਰਿਆ ਦੇ ਵਿੱਚ ਜਾਬ ਦੇ ਬਾਹਰਲੇ ਸਿਰੇ ਦੇ ਫੇਸ ਤੋਂ ਇਸ ਦੀ ਧੁਰੀ ਦੇ ਨਾਲ ਸਮਕੋਣ ਤੇ ਸਮਤਲ ਕੀਤਾ ਜਾਂਦਾ ਤੇ ਇਸ ਨਾਲ ਜਾਬ ਦੀ ਲੰਬਾਈ, ਸਾਈਜ਼ ਤੇ ਆਧਾਰ ਤੇ ਮਿਲਾਇਆ ਜਾਂਦਾ ਹੈ। ਦੇਖੋ ਜੀ, ਇਹਦੀ ਲੰਬਾਈ ਤੇ ਸਾਈਜ਼ ਦੋਨੇ, ਮੋਟਾਈ ਵੀ, ਲੰਬਾਈ ਵੀ ਤੇ ਇਹਦਾ ਡਾਇਆ ਵੀ। ਇਸ ਕਿਰਿਆ ਵਿੱਚ ਟੂਲ ਨੂੰ ਜਾਬ ਦੇ ਸੈਂਟਰ ਵਿੱਚ ਸੈੱਟ ਕਰਕੇ ਟੂਲ ਨੂੰ ਥੋੜਾ ਜਿਹਾ ਜਾਬ ਵੱਲ ਘੁਮਾ ਕੇ ਚੰਗੀ ਤਰ੍ਹਾਂ ਬੰਨ ਲੈਂਦੇ ਆਪਾਂ।
ਇਸ ਕਿਰਿਆ ਲਈ ਟੂਲ ਦਾ ਕਟਿੰਗ ਕੋਣ ਐਂਗਲ 58 ਡਿਗਰੀ ਰੱਖਿਆ ਜਾਂਦਾ। ਇਸ ਕਿਰਿਆ ਵਿੱਚ ਟੂਲ ਨੂੰ ਜਾਬ ਦੇ ਸੈਂਟਰ ਤੋਂ ਬਾਹਰ ਵੱਲ ਲਿਆਉਂਦੇ ਹਨ ਤਾਂ ਕਿ ਉਸ ਸਮੇਂ ਫੇਸਿੰਗ ਹੁੰਦੀ ਹੈ ਅਤੇ ਜਦੋਂ ਟੂਲ ਨੂੰ ਬਾਹਰ ਤੋਂ ਸੈਂਟਰ ਵੱਲ ਨੂੰ ਲੈ ਕੇ ਜਾਂਦੇ ਆ ਤੇ ਕਟਿੰਗ ਕਰਦਾ ਹੋਇਆ ਉਹ ਰਫ ਫੇਸਿੰਗ ਕਰਦਾ ਤੇ ਫੇਸਿੰਗ ਦੁਆਰਾ ਜਾਬ ਦੀ ਲੰਬਾਈ ਵੀ ਤਿਆਰ ਕੀਤੀ ਜਾਂਦੀ ਆ। ਫੇਸਿੰਗ ਵਿੱਚ ਕਟਿੰਗ ਸਪੀਡ ਰਫ ਫੇਸਿੰਗ ਦੀ ਕਟਿੰਗ ਸਪੀਡ ਤੋਂ ਦੁੱਗਣੀ ਰੱਖੀ ਜਾਂਦੀ ਹੈ। ਆਮ ਤੌਰ ਤੇ ਫੇਸਿੰਗ ਜਿਹੜਾ ਆ ਲਈ ਫੀਡ ਜਿਹੜੀ ਆ 0.05 mm ਤੇ ਕੱਟ ਕੇ ਗਹਿਰਾਈ ਜਿਹੜੀ ਡੂੰਘਾਈ ਆ ਉਹਦੀ ਉਹ 0.1 mm ਤੱਕ ਹੁੰਦੀ ਹੈ। ਇਹਦੇ ਵਿੱਚ ਕੀ ਆ, ਜਿਹੜੀ ਡੂੰਘਾਈ ਆ, ਜਿਹੜੀ ਟੂਲ ਦੀ ਕਟਾਈ ਆ, ਉਹ ਸਾਡੀ 0.05 mm ਹੋਣੀ ਆ ਕੱਟ, ਤੇ ਜਿਹੜੀ ਉਹਦੀ ਫੀਡ ਆ 0.05 mm ਤੇ ਜਿਹੜੀ ਕੱਟ ਵਾ ਉਹ 1 mm ਦਾ ਹੋਣਾ ਚਾਹੀਦਾ। ਇਹਦੇ ਵਿੱਚ ਥੋੜਾ ਜਿਹਾ ਇੱਕ ਉਦਾਹਰਨ ਹੋਰ ਆ ਜਾਂਦਾ ਕਿ ਜਦੋਂ ਆਪਾਂ ਫੇਸਿੰਗ ਕਰਦੇ ਆ ਕਈ ਵਾਰ ਕੋਈ ਮੁਸ਼ਕਲਾਂ ਆ ਜਾਂਦੀਆਂ। ਉਹਦੇ ਵਿੱਚ ਮੁਸ਼ਕਲ ਇਹ ਹੁੰਦੀ ਆ ਕਿ ਉਹ ਜਦੋਂ ਆਪਾਂ ਫੇਸਿੰਗ ਕਰਦੇ ਆ ਜਿੱਥੇ ਸਾਡਾ ਟੂਲ ਸੈਂਟਰ ਦੇ ਵਿੱਚ ਟੱਚ ਕਰ ਰਿਹਾ, ਕਈ ਵਾਰ ਉੱਥੇ ਇੱਕ ਗੋਲੀ ਜੀ ਬਣ ਜਾਂਦੀ ਆ, ਪੂਰੀ ਫੇਸਿੰਗ ਨਹੀਂ ਕਰਦੀ। ਉਹ ਕੀ ਹੁੰਦਾ, ਉਹਨੂੰ ਆਪਾਂ ਕਨਵੇ ਕਹਿੰਦੇ ਆ। ਕਨਵੇ ਫੇਸ ਹੁੰਦਾ ਉਹਦਾ ਮਤਲਬ ਇਹ ਹੁੰਦਾ ਕਿ ਸਾਡਾ ਜਿਹੜਾ ਟੂਲ ਆ, ਟੂਲ ਪੋਸਟ ਦੇ ਵਿੱਚ ਉਹ ਵੱਜਾ ਹੋਇਆ ਜਿਹੜਾ ਵਾ ਸੈਂਟਰ ਦੇ ਵਿੱਚ ਵੱਜਾ ਨਹੀਂ ਆ, ਉਹ ਜਾਂ ਤੇ ਸੈਂਟਰ ਤੋਂ ਉੱਪਰ ਆ ਤੇ ਜਾਂ ਸੈਂਟਰ ਤੋਂ ਨੀਚੇ ਆ। ਉਸ ਤੋਂ ਬਾਅਦ ਆ ਜੋ ਅੱਗੇ ਚੱਲੀਏ ਜੀ, ਰਾਉਂਡ ਫੇਸਿੰਗ, ਇਹਨੂੰ ਕਹਿੰਦੇ ਆ ਪਲੇਨ ਟਰਨਿੰਗ। ਆਪਾਂ ਵੀ ਕਰਦੇ ਜਿਹੜੀ ਪਲੇਨ ਟਰਨਿੰਗ ਆ, ਪਲੇਨ ਟਰਨਿੰਗ ਦੇ ਕੀ ਆ, ਇਸ ਵਿੱਚ ਸਿਲੰਡਰੀਕਲ ਤੇ ਟਰਨਿੰਗ ਦੇ ਸਮਾਨ ਅੰਤਰ ਟਰਨਿੰਗ ਹੁੰਦੀ ਆ, ਜਿਸ ਵਿੱਚ ਜ਼ਿਆਦਾ ਜਾਬ ਦਾ ਪੂਰੀ ਲੰਬਾਈ ਵਿੱਚ ਵਿਆਸ ਇੱਕ ਸਮਾਨ ਕੀਤਾ ਜਾਂਦਾ। ਜਿਵੇਂ ਟੂਲ ਚੱਲ ਰਿਹਾ, ਇਹਨੂੰ ਆਪਾਂ ਕਟਾਈ ਕਰ ਦਈਏ ਤੇ ਇਹ ਇੱਕ ਸਮਾਨ ਹੀ ਪੂਰਾ ਸਾਈਜ਼ ਇੱਕ ਸਮਾਨ ਹੋ ਜੇ, ਉਹਨੂੰ ਆਪਾਂ ਕਹਿੰਦੇ ਆ ਪਲੇਨ ਟਰਨਿੰਗ। ਕਿਉਂਕਿ ਉਹ ਜਾਬ ਦੇ ਉੱਤੇ ਕੋਈ ਹੋਰ ਸਟੈਪ ਨਹੀਂ ਬਣਾਇਆ, ਉਹਨੇ ਸਿਰਫ ਫੇਸ ਹੀ ਕੀਤਾ। ਠੀਕ ਹੈ ਜੀ, ਉਹਨੇ ਉੱਪਰਲਾ ਹੀ ਉਹਨੂੰ ਕੀਤਾ, ਮਟੀਰੀਅਲ ਕੱਟਿਆ ਤੇ ਇੱਕ ਪਾਰਟ ਸਾਡਾ ਜਿਹੜਾ ਸਾਫਟ ਦੀ ਤਰ੍ਹਾਂ ਬਣ ਗਿਆ, ਉਹਨੂੰ ਆਪਾਂ ਕਹਿੰਦੇ ਪਲੇਨ ਟਰਨਿੰਗ। ਜਿਵੇਂ ਸਾਫਟ ਦੇਖ ਹੀ ਲਈ ਹੋਣੀ, ਸਾਫਟਾਂ ਆਮ ਹੀ ਦੇਖਦੇ ਆਪਾਂ, ਸਾਫਟਾਂ ਦੇ ਵਿੱਚ ਕਈ ਬੈਰਿੰਗ ਸਾਈਜ਼ ਵੀ ਹੁੰਦੇ ਆ, ਉਹ ਵੱਖਰੀ ਟਰਨਿੰਗ ਆ ਜਾਂਦੀ ਆ। ਤੇ ਜਿਹੜੀ ਪਲੇਨ ਟਰਨਿੰਗ ਆ ਉਹਦੇ ਵਿੱਚ ਕੋਈ ਹੋਰ ਕੱਟ ਨਹੀਂ ਹੁੰਦਾ, ਪਲੇਨ ਟਰਨਿੰਗ ਕਹਿੰਦੇ ਆ। ਉਹਦੇ ਬਾਅਦ ਅਗਰ ਰਫ ਟਰਨਿੰਗ ਦੇ ਵਿੱਚ ਕੀ ਆ, ਰਫ ਟਰਨਿੰਗ ਦੁਆਰਾ ਅਸੀਂ ਜਾਬ ਦਾ ਸਾਈਜ਼ ਬਣਾਏ ਜਾਣ ਵਾਲੇ ਇੱਕ ਸਾਈਜ਼ ਦੇ ਨੇੜੇ ਆਉਂਦੇ ਹਾਂ। ਜਿਹੜੀ ਰਫ ਟਰਨਿੰਗ ਆ ਉਹਦੇ ਵਿੱਚ ਆਪਣੇ ਕੋਲੋਂ ਇਹ ਆ ਵੀ ਜਿਹੜਾ ਜੌਬ ਦਾ ਸਾਈਜ਼ ਆ ਉਹਦੇ ਆਪਾਂ ਨੇੜੇ, ਸਾਡੇ ਕੋਲੋਂ ਅਸੀਂ ਜੌਬ ਦਾ ਸਾਈਜ਼ 50 mm ਕਰਨਾ ਵਿਆਸ, ਤੇ ਸਾਡੇ ਕੋਲ ਜਿਹੜਾ ਮਟੀਰੀਅਲ ਆ ਉਹ ਸਾਡੇ ਕਿੰਨੇ ਸਾਈਜ਼ ਦਾ ਮਿਲ ਗਿਆ, ਸਾਨੂੰ 60 ਦਾ ਮਿਲ ਗਿਆ ਜਾਂ 70 ਦਾ ਮਿਲ ਗਿਆ। ਅਸੀਂ ਉਹਦੀ ਕਟਾਈ ਕਰਨ ਵਾਸਤੇ ਆਪਾਂ ਰਫ ਟਰਨਿੰਗ ਨੂੰ ਯੂਜ਼ ਕਰਾਂਗੇ। ਠੀਕ ਹੈ ਜੀ, ਕਿਉਂਕਿ ਇਸ ਵਿੱਚ ਜਿਹੜੀ ਫਿਸ਼ਿੰਗ ਨਹੀਂ ਹੋਊਗੀ ਤੇ ਚਿੱਤ ਧਾਤੂ ਜਿਹੜੀ ਬਚੀ ਹੋਈ ਵਾਧੂ ਧਾਤੂ ਆਪਾਂ ਉਹਨੂੰ ਕੱਟਦੇ ਆ। ਤੇ ਰਫ ਟਰਨਿੰਗ ਲਈ ਟੂਲ ਦੀ ਚੋਣ ਘੱਟ ਗਤੀ ਵਾਲੇ ਹੀ ਧਾਤੂ ਦੀ ਮਾਤਰਾ ਦੇ ਅਨੁਸਾਰ ਕੀਤੇ ਜਾਂਦੇ ਆ। ਤੇ ਆਮ ਤੌਰ ਤੇ ਟੂਲ ਨੂੰ ਰਫ ਟਰਨਿੰਗ ਵਿੱਚ ਹੀ ਤੇਲ ਸਟੋਕ ਜਿਹੜਾ ਵਾ ਉਹਦੇ ਸਿਰੇ ਤੋਂ ਹੈਡ ਸਟਾਕ ਦੇ ਸਿਰੇ ਵੱਲ ਹੀ ਚਲਾਇਆ ਜਾਂਦਾ। ਜਿਹੜਾ ਆਪਾਂ ਰਫ ਟਰਨਿੰਗ ਕਰਦੇ, ਜਿਹੜਾ ਟੇਲ ਸਟਾਕ ਵਾਲਾ ਸਿਰਾ ਵਾ ਉਹਦੇ ਸੱਜੇ ਪਾਸਿਓਂ ਆਪਾਂ ਖੱਬੇ ਪਾਸੇ ਨੂੰ ਹੀ ਲੈ ਕੇ
ਟੂਲ ਨੂੰ ਜਾਣਦੇ ਆ। ਇਹ ਰਫ ਟਰਨਿੰਗ ਦੇ ਵਿੱਚ ਇਹ ਆ ਵੀ ਸਾਡੀ ਜਾਬ ਦੇ ਉੱਤੇ ਫਿਸ਼ਿੰਗ ਨਹੀਂ ਆਉਂਦੀ, ਸਫਾਈ ਪੂਰੀ ਨਹੀਂ ਹੁੰਦੀ। ਇਹਦੇ ਵਿੱਚ ਸਪੀਡ ਜਿਹੜੀ ਆ ਉਹ ਆਪਾਂ ਘੱਟ ਘੱਟ ਕਰਕੇ ਕੱਟ ਵੱਧ ਲਾ ਕੇ ਤੇ ਆਪਾਂ ਰਫ ਟਰਨਿੰਗ ਕਰਦੇ ਹਾਂ। ਉਸ ਤੋਂ ਬਾਅਦ ਆਇਂਦਾ ਫਿਸ਼ਿੰਗ। ਆਪਣੇ ਉਹ ਫਿਸ਼ਿੰਗ ਬਲਕਿ ਸਫਾਈ ਪੂਰੀ ਹੋਵੇ ਜਿਹੜੀ। ਇਹਦੇ ਵਿੱਚ ਕੀ ਹੁੰਦਾ ਜੀ, ਇਸ ਕਿਰਿਆ ਵਿੱਚ ਰਫ ਟਰਨਿੰਗ ਤੋਂ ਬਾਅਦ ਹੀ ਕੀਤੀ ਜਾਂਦੀ ਹੈ। ਜਦੋਂ ਆਪਾਂ ਪਹਿਲੇ ਮਾਲ ਕੱਟਦੇ ਆ, ਮਟੀਰੀਅਲ ਦੇ ਉੱਤੋਂ ਜਾਬ ਤੋਂ ਲਾਉਂਦੇ ਆ, ਉਸ ਤੋਂ ਬਾਅਦ ਇਹ ਵਰਕ ਪੀਸ ਦੇ ਉੱਤੋਂ ਆਪਣਾ ਸਾਈਜ਼ ਜਿਹੜਾ ਆਪਾਂ ਐਕੂਰੇਸੀ ਕਰਨਾ ਵਾ, ਜੋ ਸਾਨੂੰ ਸਾਈਜ਼ ਡਰਾਇੰਗ ਦੇ ਮੁਤਾਬਕ ਆਇਆ, ਉਹਨੂੰ ਤਿਆਰ ਕਰਨ ਵਾਸਤੇ ਕੀ ਕਰਾਂਗੇ ਆਪਾਂ ਕਿ ਇਹਦੇ ਵਿੱਚ ਇੱਕ ਲਾਸਟ ਕਿਰਿਆ, ਠੀਕ ਹੈ, ਇਸ ਦਾ ਮੁੱਖ ਉਪਦੇਸ਼ ਹੈ ਕਿ ਜਾਬ ਨੂੰ ਸ਼ੁੱਧ ਸਾਈਜ਼ ਅਤੇ ਉਚਿਤ ਫਿਸ਼ਿੰਗ ਵਿੱਚ ਬਣਾਉਣ ਲਈ ਕੀਤਾ ਜਾਂਦਾ। ਇਸ ਦੇ ਲਈ ਜਿਹੜੀ ਫਿਸ਼ ਟਰਨਿੰਗ ਦਾ ਟੂਲ ਆ, ਉਹ ਕਿਰਿਆ ਵੀ ਟੇਲ ਸਟਾਕ ਤੇ ਹੈਡ ਸਟਾਕ ਵੱਲ ਨੂੰ ਕਰਦਾ। ਜਿਹੜਾ ਇਹਦੇ ਵਿੱਚ ਜਿਹੜਾ ਟੂਲ ਆ ਉਹ ਵੀ ਹੈਡ ਸਟਾਕ ਤੋਂ ਟੇਲ ਸਟਾਕ ਤੋਂ ਹੈਡ ਸਟਾਕ ਵੱਲ ਨੂੰ ਕਟਾਈ ਕਰਦਾ ਹੈ। ਪਰ ਇਹਦਾ ਕੱਟ ਜਿਹੜਾ ਵਾ ਉਹ ਇਸ ਵਿੱਚ ਕੱਟ ਦੀ ਡੂੰਘਾਈ ਜਿਹੜੀ ਆ ਬਹੁਤ ਹੀ ਘੱਟ ਰੱਖੀ ਜਾਂਦੀ ਆ। ਜਿਹੜੀ ਇਹਦੀ ਕੱਟ ਦੀ ਡੂੰਘਾਈ ਆ ਉਹ ਆਪਾਂ ਬਹੁਤ ਥੋੜੀ ਜਿਹੀ ਲਾਵਾਂਗੇ, ਕਿਉਂਕਿ ਜੇ ਜ਼ਿਆਦਾ ਡੂੰਘਾਈ ਲਾਵਾਂਗੇ ਤੇ ਕੀ ਹੋਏਗਾ, ਸਾਡੇ ਫਿਸ਼ਿੰਗ ਨਹੀਂ ਆਏਗੀ, ਸਾਫ਼ ਨਹੀਂ ਬਹੂਗੀ ਜਾਬ, ਠੀਕ ਹੈ। ਇਸ ਵਿੱਚ ਕਟਿੰਗ ਸਪੀਡ ਰਫ ਟਰਨਿੰਗ ਤੋਂ ਜ਼ਿਆਦਾ ਰੱਖ ਕੇ, ਜੇ ਆਪਾਂ ਰਫ ਟਰਨਿੰਗ ਦੇ ਵਿੱਚ 360 ਤੇ ਮਸ਼ੀਨ ਚਲਾਈ ਆ ਤੇ ਜਿਹੜੀ ਫਿਸ਼ਿੰਗ ਵਾਲੀ ਜਾਬ ਆ ਇਹਦੇ ਵਿੱਚ 2 ਗੁਣਾ ਵੱਧ ਰੱਖਣੀ ਚਾਹੀਦੀ ਆ, ਕਿਉਂਕਿ ਉਸ ਤੋਂ ਵੱਧ ਰੱਖਾਂਗੇ ਫਿਰ ਚੱਲੂਗਾ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਜੀ ਸਟੈਪ ਟਰਨਿੰਗ। ਇਹ ਸਟੈਪ ਟਰਨਿੰਗ ਦੇ ਵਿੱਚ ਕੀ ਆ, ਇਹ ਜਾਬ ਅਲੱਗ ਵਿਆਸ ਦੇ ਸਟੈਪ ਬਣਾਏ ਜਾਂਦੇ ਆ ਤਾਂ ਉਹਨਾਂ ਨੂੰ ਸਟੈਪ ਟਰਨਿੰਗ ਆਖਦੇ ਆ। ਇਸ ਦੇ ਲਈ ਜਾਬ ਨੂੰ 2 ਕੇਂਦਰਾਂ ਵਿਚਕਾਰ ਚੱਕ ਵਿੱਚ ਪਕੜ ਕੇ ਤੇ ਸਟੈਪ ਟਰਨਿੰਗ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਗਰੂਵਿੰਗ। ਇਹ ਸਾਡੀ ਸਟੈਪ ਟਰਨਿੰਗ ਗਾੜੀ ਗਰੂਵਿੰਗ ਆ ਗਿਆ, ਟਾਈਪਸ ਆਫ ਗਰੂਵ। ਇਹ ਜਿਹੜੇ ਇਹ ਜਾਬ ਦੀ ਸਤ੍ਹਾ ਵਿੱਚ ਖਾਂਚੇ ਬਣਾਉਣ ਦੀ ਕਿਰਿਆ ਨੂੰ ਆਪਾਂ ਗਰੂਵ ਕਹਿੰਦੇ ਆ। ਇੱਕ ਸਾਡੇ ਕੋਲ ਸਾਫ਼ ਸਾਬਤਾ, ਉਹਦੇ ਵਿੱਚ ਆਪਾਂ ਖਾਂਚੇ ਬਣਾ ਦਿੰਦੇ ਆ, ਠੀਕ ਹੈ ਜੀ। ਖਾਂਚੇ ਬਣਾਉਣ ਦੀ ਜਿਹੜੀ ਆ ਉਹਨੂੰ ਆਪਾਂ ਗਰੂਪ ਕਹਿ ਦਿੰਦੇ ਆ। ਉਹ ਇਸ ਕਿਰਿਆ ਨੂੰ ਕਰਨ ਲਈ ਕਟਿੰਗ ਟੂਲ ਦੇ ਕਟਿੰਗ ਐਜ ਨੂੰ ਗਰੂਵ ਦੀ ਕਿਰਿਆ ਦੇ ਅਨੁਸਾਰ ਹੀ ਗ੍ਰਾਈਂਡ ਕਰਕੇ ਬਣਾਇਆ ਜਾਂਦਾ, ਜਿਵੇਂ ਸਕਰੂ ਗਰੂਵ, ਰਾਉਂਡ ਗਰੂਵ ਤੇ ਗਰੂਵ। ਇਹਦੇ ਵਿੱਚ ਜਿਹੜਾ ਗਰੂਵ ਆਪਾਂ ਪਾਉਂਦੇ ਆ, ਇਹ ਕਿਸ ਤਰ੍ਹਾਂ ਕਿ ਜਿਸ ਤਰ੍ਹਾਂ ਦੀ ਆਪਾਂ ਗਰੂਵ ਚਾਹੀਦਾ, ਆਪਾਂ ਟੂਲ ਨੂੰ ਉਸ ਹੀ ਦਿਸ਼ਾ ਦੇ ਵਿੱਚ ਗ੍ਰਾਈਂਡ ਕਰ ਲੈਂਦੇ ਆ। ਮਤਲਬ ਕਿ ਆਪਾਂ ਜੇ ਬੀ ਸ਼ੇਪ ਦਾ ਗਰੂਵ ਆਪਾਂ ਨੂੰ ਚਾਹੀਦਾ, ਬੀ ਸ਼ੇਪ, ਤੇ ਆਪਾਂ ਜਿਹੜਾ ਟੂਲ ਆ, ਟੂਲ ਨੂੰ ਆਪਾਂ ਗ੍ਰਾਈਂਡ ਬੀ ਸ਼ੇਪ ਦੇ ਹੀ ਮੁਤਾਬਕ ਕਰਾਂਗੇ। ਜੇ ਸਾਨੂੰ ਰਾਉਂਡ ਚਾਹੀਦਾ ਤੇ ਆਪਾਂ ਉਹਨੂੰ ਰਾਉਂਡ ਦੇ ਮੁਤਾਬਕ ਹੀ ਗ੍ਰਾਈਂਡ ਕਰਾਂਗੇ, ਤੇ ਜੇ ਸਕੇਅਰ ਚਾਹੀਦਾ ਤੇ ਸਕੇਅਰ ਕਰਾਂਗੇ। ਉਸ ਤੋਂ ਬਾਅਦ ਆ ਜਾਂਦਾ ਸਾਡੇ ਕੋਲ ਪਾਰਟਿੰਗ। ਬਲੇ ਕਿ 2 ਪਾਰਟਸਾਂ ਨੂੰ ਆਪੋ ਵਿੱਚ ਅਲੱਗ ਕਰਨਾ। ਲੇਜ਼ ਮਸ਼ੀਨ ਤੇ ਜਾਬ ਨੂੰ ਤਿਆਰ ਕਰਨ ਤੋਂ ਬਾਅਦ ਉਸ ਨੂੰ ਨਿਸ਼ਚਿਤ ਲੰਬਾਈ ਤੇ ਟੂਲ ਦੀ ਕੱਟਣ ਕਿਰਿਆ ਤੇ ਪਾਰਟਿੰਗ ਆਖਦੇ ਹਨ। ਜਿਸ ਦੇ ਲਈ ਟੂਲ ਨੂੰ ਪਾਰਟਿੰਗ ਟੂਲ ਆਖਦੇ ਹਨ। ਜਿਸ ਨੂੰ ਆਪਾਂ ਜਿਹਦੇ ਨਾਲ ਆਪਾਂ ਕੱਟਦੇ ਆ ਉਹਨੂੰ ਆਪਾਂ ਪਾਰਟਿੰਗ ਟੂਲ ਆਖਦੇ ਹਨ। ਇਸ ਕਿਰਿਆ ਦੇ ਲਈ ਜਾਬ ਨੂੰ ਚੱਕ ਜਾਂ ਫੇਸ ਪਲੇਟ ਵਿੱਚ ਪਕੜਿਆ ਜਾਂਦਾ ਹੈ ਅਤੇ ਜਾਬ ਦੀ ਸਪੀਡ ਸਧਾਰਨ ਟਰਨਿੰਗ
ਸਪੀਡ ਨਾਲੋਂ ਅੱਧੀ ਰੱਖ ਦਿੱਤੀ ਜਾਂਦੀ ਹੈ। ਇਸ ਵਿੱਚ ਟੂਲ ਦੀ ਨਿਸ਼ਚਿਤ ਲੰਬਾਈ ਸੈੱਟ ਕਰਕੇ ਫੀਡ ਹੱਥ ਦੁਆਰਾ ਦਿੱਤੀ ਤੇ ਕੈਰੇਜ ਦੁਆਰਾ ਹੀ ਥੋੜਾ ਜਿੰਨਾ ਕਲੀਅਰੈਂਸ ਬਣਾਉਣਾ ਤਾਂ ਕਿ ਟੂਲ ਫਸੇ ਨਾ। ਜਦੋਂ ਆਪਾਂ ਇਹਦੀ ਕਟਾਈ ਕਰਨੀ ਆ, ਇਹਦੇ ਵਿੱਚ ਦੋ ਕੰਮ ਹੈ ਕਿ ਇੱਕ ਕਲੀਅਰੈਂਸ ਦੇਣਾ ਪੈਂਦਾ ਸਾਨੂੰ ਥੋੜਾ ਜਿਹਾ। ਜਦੋਂ ਆਪਾਂ ਟੂਲ ਦੀ ਅੱਗੇ ਨੂੰ ਪਾਰਟਿੰਗ ਕਰਨ ਵਾਸਤੇ ਵਧਾਵਾਂਗੇ, ਉਹਨੂੰ ਥੋੜਾ ਜਿਹਾ ਖੱਬੇ ਤੇ ਥੋੜਾ ਜਿਹਾ ਸੱਜੇ ਦੋਨੇ ਪਾਸੇ ਨੂੰ ਉਹਦੀ ਕਲੀਅਰੈਂਸ ਐਂਗਲ ਦੇਣ ਵਾਸਤੇ ਟੂਲ ਨੂੰ ਥੋੜਾ ਖੱਬੇ ਸੱਜੇ ਨਾਲ ਕਟਾਈ ਕਰਨੀ ਆ, ਅੱਗੇ ਨੂੰ ਵਧਾਉਣਾ, ਨਾਲ ਹੀ ਸੱਜੇ ਖੱਬੇ ਥੋੜਾ ਥੋੜਾ ਚਲਾਉਣਾ। ਉਹਦੇ ਨਾਲ ਕੀ ਹੋਊਗਾ, ਸਾਡੀ ਟੂਲ ਦੀ ਪਾਰਟਿੰਗ ਹੋ ਜੂ, ਟੂਲ ਸਾਡੇ ਦੀ ਜਿਹੜੀ ਆ ਉਮਰ ਵੱਧ ਜੂਗੀ। ਉਸ ਤੋਂ ਬਾਅਦ ਆਉਂਦਾ ਜੀ ਨਰਲਿੰਗ। ਨਰਲਿੰਗ ਕੀ ਆ? ਇਹ ਕਟਿੰਗ ਕਿਰਿਆ ਨਹੀਂ ਹੈ। ਜਿਹੜਾ ਨਰਲਿੰਗ ਆ, ਇਹ ਸਾਡੀ ਕਟਿੰਗ ਕਿਰਿਆ ਨਹੀਂ ਆ, ਸਗੋਂ ਇਹ ਕਿਰਿਆ ਸਿਰਫ ਟੂਲ ਨੂੰ ਦਬਾ ਕੇ ਕਰਕੇ ਹੀ ਕੀਤੀ ਜਾਂਦੀ ਹੈ। ਇਹ ਗੋਲ ਆਕਾਰ ਤੇ ਪਾਰਟਸ ਜਾਂ ਜਾਬ ਦੇ ਬਾਹਰਲੀ ਸਤ੍ਹਾ ਤੇ ਕੀਤੀ ਜਾਂਦੀ ਹੈ ਤਾਂ ਕਿ ਇਸ ਪਾਰਟਸ ਨੂੰ ਹੱਥ ਨਾਲ ਜ਼ਿਆਦਾ ਮਜ਼ਬੂਤੀ ਨਾਲ ਪਕੜਿਆ ਜਾ ਸਕੇ। ਇਸ ਕਿਰਿਆ ਵਿੱਚ ਸਿਲੰਡਰੀਕਲ ਜਾਬ ਦੀ ਬਾਹਰੀ ਸਤ੍ਹਾ ਤੇ ਸਟੇਟ ਲਾਈਨ ਤੇ ਡਾਇਮੰਡ ਸ਼ੇਪਰ ਪੈਨ ਜਾਂ ਕ੍ਰਾਸ ਲਾਈਨ ਪੈਨ ਆਦਿ ਵਿੱਚ ਨਰਲਿੰਗ ਕੀਤੀ ਜਾਂਦੀ ਹੈ। ਇਹ ਇੱਕ ਫਾਰਮਿੰਗ ਆਪਰੇਸ਼ਨ ਹੈ। ਇਹ ਚੰਗੀ ਫਿਨਿਸ਼ਿੰਗ ਲਈ ਅਤੇ ਕਟਿੰਗ ਆਇਲ ਤੋਂ ਕੂਲੈਂਟ ਦੇ ਰੂਪ ਵਿੱਚ ਵੀ ਪ੍ਰਯੋਗ ਕੀਤਾ ਜਾਂਦਾ। ਇਹ ਜਿਹੜੀ ਨਰਲਿੰਗ ਆ, ਇਹ ਆਪਣੀ ਪਾਸਾਂ ਨੂੰ ਮਜ਼ਬੂਤ, ਇਹਦੇ ਕੰਮ ਕੀ ਆ ਨਰਲਿੰਗ ਦੇ, ਇਹ ਵੀ ਮੈਂ ਮੜ ਜਾ ਦੱਸ ਹੀ ਦਿੰਦਾ। ਇਸ ਵਿੱਚ ਕੀ ਆ ਕਿ ਇਹ ਪਾਰਟਾਂ ਨੂੰ ਮਜ਼ਬੂਤੀ ਨਾਲ ਪਕੜਿਆ ਜਾਂਦਾ, ਜਾਪਦੀ ਨੂੰ ਸੁੰਦਰਤਾ ਬਣਾਉਂਦਾ ਤੇ ਸਾਫਟ ਤੇ ਹੋਲ ਦੀ ਪ੍ਰੈਸ ਫਿਟਿੰਗ ਲਈ ਸਾਫਟ ਦੇ ਵਿਆਸ ਤੇ ਵੱਡਾ ਬਣਾਉਣ ਦੇ ਲਈ ਤਾਂ ਕਿ ਚੰਗੀ ਤਰ੍ਹਾਂ ਟੈਪਿੰਗ ਫਿਟਿੰਗ ਹੋ ਸਕੇ। ਇਹਦੀ ਜਿਹੜੀ ਫਿਟਿੰਗ ਆ ਉਹ ਚੰਗੀ ਤਰ੍ਹਾਂ ਹੋ ਸਕੇ। ਉਸ ਤੋਂ ਬਾਅਦ ਜਿਹੜੇ ਆਪਣੇ ਕੋਲੋਂ ਲੇਥ ਮਸ਼ੀਨ ਦੇ ਉੱਤੇ ਛੋਟੇ ਛੋਟੇ ਮੈਂ ਸ਼ਾਰਟ ਦੇ ਵਿੱਚ ਥੋੜੇ ਜਿਹਾ ਕਰ ਦੇਣੇ ਆ, ਜਿਵੇਂ ਫੇਸਿੰਗ ਆ, ਸਲਾਈਡਿੰਗ ਆ, ਮੁੱਖ ਭਾਗ ਜਿਹੜੇ ਕਿਹੜੇ ਕਿਹੜੇ ਆਪਰੇਸ਼ਨ ਕੀਤੇ ਵੱਖੋ ਵੱਖਰੇ, ਉਹਦੇ ਨਾਲ ਹੀ ਸਲਾਈਡ ਦੇ ਉੱਤੇ ਵੀ ਦੇਖ ਲਿਓ। ਸਲਾਈਡਿੰਗ ਆ, ਇਸ ਨੂੰ ਪਲੇਨ ਟਰਨਿੰਗ ਵੀ ਆਖਦੇ ਹਨ ਤੇ ਸਿਲੰਡਰੀਕਲ ਜਾਬ ਨੂੰ ਤਿਆਰ ਕੀਤੀ ਜਾਂਦੀ ਆ। ਇਸ ਵਿੱਚ ਟੂਲ ਜਾਬ ਦੀ ਧੁਰੀ ਦੇ ਸਮਾਨ ਅੰਤਰ ਚੱਲਦਾ। ਫੇਸਿੰਗ ਆ ਗਿਆ, ਇਸ ਵਿੱਚ ਜਾਬ ਦੇ ਸਿਰੇ ਨੂੰ ਸਮਤਲ ਕੀਤਾ ਜਾਂਦਾ। ਇਸ ਵਿੱਚ ਟੂਲ ਨੂੰ ਕ੍ਰਾਸ ਸਲਾਈਡ ਦੀ ਸਹਾਇਤਾ ਨਾਲ ਮਸ਼ੀਨ ਦੀ ਧੁਰੀ ਤੇ ਨਾਲ ਲੰਬੇ ਰੂਪ ਵਿੱਚ ਗਤੀ ਕਰਦਾ ਹੈ। ਟੇਪਰ ਟਰਨਿੰਗ, ਇਸ ਪ੍ਰਕਿਰਿਆ ਵਿੱਚ ਟੇਪਰ ਜਾਬ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਇੱਕ ਸਿਰਾ ਵਿਆਸ ਵੱਡਾ ਅਤੇ ਇੱਕ ਪਾਸੇ ਦਾ ਵਿਆਸ ਛੋਟਾ ਹੁੰਦਾ, ਜਿਸ ਵਿੱਚ ਟੂਲ ਨੂੰ ਕੰਪਾਊਂਡ ਸਲਾਈਡ ਦੁਆਰਾ ਜਾਬ ਦੀ ਧੁਰੀ ਦੇ ਨਾਲ ਲੋੜੀਂਦੇ ਕੋਣ ਤੇ ਗਤੀ ਦਿੱਤੀ ਜਾਂਦੀ ਹੈ ਅਤੇ ਟੇਪਰ ਜਾਬ ਦੀ ਧੁਰੀ ਦੇ ਨਾਲ ਲੋੜੀਂਦੇ ਕੋਣ ਤੇ ਗਤੀ ਦਿੱਤੀ ਜਾਂਦੀ ਹੈ ਤੇ ਟੇਲ ਸਟਾਕ ਤੇ ਆਫਸੈਟ ਤਰੀਕੇ ਦੇ ਨਾਲ ਟੇਪਰ ਟਰਨਿੰਗ ਅਟੈਚਮੈਂਟ ਦੁਆਰਾ ਵੀ ਕੀਤੀ ਜਾਂਦੀ ਹੈ। ਇਹ ਮੈਂ ਅੱਗੇ ਟੇਪਰ ਟਰਨਿੰਗ ਦੱਸੀ ਕਿੱਦਾਂ ਹੋਈ ਆ ਉਹ ਵੀ। ਉਸ ਤੋਂ ਬਾਅਦ ਹੈ ਡਰਿਲਿੰਗ। ਇਸ ਕਿਰਿਆ ਵਿੱਚ ਜਾਬ ਦੇ ਸੈਂਟਰ ਵਿੱਚ ਡਰਿਲ ਦੁਆਰਾ ਸੁਰਾਖ ਕੀਤਾ ਜਾਂਦਾ।
ਜਿਸ ਵਿੱਚ ਡਰਿਲ ਨੂੰ ਟੇਲ ਸਟਾਕ ਦੇ ਸਪਿੰਡਲ ਵਿੱਚ ਫਿੱਟ ਕਰਕੇ ਹੈਡ ਵੀਲ ਦੀ ਫੀਡ ਦੇ ਕੇ ਡਰਿਲ ਕੀਤਾ ਜਾਂਦਾ। ਬੋਰਿੰਗ ਡਰਿਲ ਦੁਆਰਾ ਕੀਤਾ ਸੁਰਾਖ ਨੂੰ ਵੱਡਾ ਕਰਨ ਲਈ ਬੋਰਿੰਗ ਟੂਲ ਦੁਆਰਾ ਹੀ ਕਿਰਿਆਵਾਂ ਕੀਤੀ ਜਾਂਦੀ ਹੈ। ਇਹ ਅੱਗੇ ਵੈਸੇ ਬੋਰਿੰਗ ਦਾ ਦੱਸਿਆ ਹੋਇਆ। ਰੀਮਰ ਕੀ ਆ? ਡਰਿਲ ਦੇ ਕੀਤੇ ਹੋਏ ਸੁਰਾਖ। ਰੀਮਰ ਹੈਗਾ ਡਰਿਲ ਦੇ ਕੀਤੇ ਹੋਏ ਸੁਰਾਖ ਵਿੱਚ ਫਿਸ਼ਿੰਗ ਉਹਨੂੰ ਸਾਫ਼ ਚੰਗੀ ਤਰ੍ਹਾਂ ਕਰਨ ਦੇ ਲਈ ਰੀਮਰ ਕੀਤੀ ਜਾਂਦੀ ਹੈ, ਜਿਸ ਵਿੱਚ ਮਸ਼ੀਨ ਦੀ ਰੀਮਿੰਗ ਨੂੰ ਟੇਲ ਸਟਾਕ ਵਿੱਚ ਫਿੱਟ ਕਰਕੇ ਕੀਤੀ ਜਾਂਦੀ ਆ। ਟੈਪਿੰਗ ਟੈਪ ਦੁਆਰਾ ਕੀ ਹੈ? ਇਹਦੇ ਵਿੱਚ ਲੇਥ ਮਸ਼ੀਨ ਦੇ ਟੈਪ ਅੰਦਰਲੀਆਂ ਚੂੜੀਆਂ ਕੱਟਣ ਲਈ ਟੈਪਿੰਗ ਕੀਤੀ ਜਾਂਦੀ ਹੈ। ਥ੍ਰੈਡਿੰਗ ਲੇਥ ਮਸ਼ੀਨ ਤੇ ਲੀਡ ਸਕਰੂ ਦੀ ਸਹਾਇਤਾ ਦੇ ਨਾਲ ਚੇਂਜ ਦੀ ਸਹਾਇਤਾ ਨਾਲ ਚੂੜੀਆਂ ਕੱਟੀਆਂ ਜਾਂਦੀਆਂ। ਫਾਰਮ ਟਰਨਿੰਗ ਇਹਦੇ ਬਾਰੇ ਅੱਗੇ ਵੀ ਬਿਆਨ ਕੀਤਾ ਥੋੜਾ ਜਿਹਾ। ਇਸ ਕਿਰਿਆ ਵਿੱਚ ਜਾਬ ਦੀ ਸਤ੍ਹਾ ਨੂੰ ਗੋਲਾਕਾਰ ਤੇ ਅਲੱਗ-ਅਲੱਗ ਆਗਤੀਆਂ ਦੇ ਵਿੱਚ ਬਣਾਇਆ ਜਾਂਦਾ ਹੈ। ਇਸ ਦੇ ਲਈ ਹੋਮ ਟੂਲ ਦਾ ਪ੍ਰਯੋਗ ਕੀਤਾ ਜਾਂਦਾ ਹੈ। ਨਰਲਿੰਗ ਉਹ ਪਿੱਛੇ ਆਪਾਂ ਅੱਗੇ ਗੱਲ ਕਰ ਹੀ ਆਏ ਹਾਂ। ਨਰਲਿੰਗ ਕਿਵੇਂ ਆ? ਜਾਬ ਦੇ ਬਾਹਰੀ ਸਤ੍ਹਾ ਦੇ ਉੱਤੇ ਬਰੀਕ ਝਰੀਆਂ ਪਾ ਕੇ ਫਿਨਿਸ਼ ਕੀਤਾ ਜਾਂਦਾ। ਜਿਸ ਕਿਰਿਆ ਦੇ ਲਈ ਕਰਦੇ ਹਾਂ ਤਾਂ ਉਸ ਜਾਬ ਹੱਥੋਂ ਫਿਸਲ ਨਾ ਸਕੇ ਤੇ ਇਸ ਵਿੱਚ ਕਟਾਈ ਨਹੀਂ ਹੁੰਦੀ, ਬਲਕਿ ਝੜੀਆਂ ਨਰਲਿੰਗ ਟੂਲ ਦੁਆਰਾ ਦਬਾ ਕੇ ਪਾਈਆਂ ਜਾਂਦੀਆਂ। ਪਾਰਟਿੰਗ ਕੋਈ ਦੋ ਜਾਬਾਂ ਇੱਕ ਜਾਬ ਨੂੰ ਗੱਭਿਓਂ ਕੱਟਣ ਵਾਸਤੇ ਜਿਹੜਾ ਆਪਾਂ ਪ੍ਰਯੋਗ ਕਰਦੇ ਹਾਂ ਉਹਨੂੰ ਆਪਾਂ ਪਾਰਟਿੰਗ ਕਹਿੰਦੇ ਹਾਂ। ਗਰੂਵ ਕੀ ਆ? ਗਰੂਵ ਵੀ ਆਪਾਂ ਪਿੱਛੇ ਅੱਗੇ ਚੈੱਕ ਕਰ ਦੇਖ ਹੀ ਆਏ ਹਾਂ। ਗਰੂਵ ਇਹ ਹੈਗਾ ਕਿ ਇਸ ਕਿਰਿਆ ਵਿੱਚ ਜਾਬ ਦੀ ਸਤ੍ਹਾ ਤੇ ਗਰੂਵ ਜਾਂ ਝੜੀਆਂ ਕੱਟੀਆਂ ਜਾਂਦੀਆਂ ਹਨ। ਜਿਹਦੇ ਕਿ ਪੂਰੀ ਝੜੀ ਨਹੀਂ ਕੱਟੀ ਜਾਂਦੀ, ਗੂੜੀ ਝੜੀ ਕੱਟੀ ਜਾਂਦੀ ਆ, ਉਹਨੂੰ ਆਪਾਂ ਗਰੂਵ ਕਹਿੰਦੇ ਹਾਂ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਥੋੜਾ ਜਿਹਾ ਪਾਰਟਿੰਗ। ਆ ਗਿਆ ਸਾਡੇ ਕੋਲੋਂ ਹੋਮ ਟੂਲ। ਹੋਮ ਟੂਲ ਪਲੇਨ ਟਰਨਿੰਗ ਅਤੇ ਕੋਨੀਕਲ ਦੀ ਸਤ੍ਹਾ ਤਿਆਰ ਜਦ ਹੋਮ ਟਰਨਿੰਗ ਵਿੱਚ ਕਨਵੇ ਅਤੇ ਅਨਵੇਸ਼ ਕੀਤਾ ਜਾਂਦਾ ਤਾਂ ਹੋਮ ਟਰਨਿੰਗ ਦੇ ਕਨਵੇਜ ਅਤੇ ਅਨਕੇਵ ਦੀ ਸਤ੍ਹਾ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹੋਮ ਟਰਨਿੰਗ ਦੁਆਰਾ ਭਿੰਨ ਪ੍ਰਕਾਰ ਦੇ ਪ੍ਰੋਫਾਈਲ ਤਿਆਰ ਕੀਤੇ ਜਾਂਦੇ ਹਨ। ਹੋਮ ਟਰਨਿੰਗ ਦਾ ਉਦੇਸ਼ ਕੀ ਆ? ਇਹ ਵਰਕ ਪੀਸ ਦੀ ਸੁੰਦਰਤਾ ਵਧਾਉਣ ਲਈ ਆ। ਮੁੱਖ ਤੌਰ ਤੇ ਫਾਰਮਿੰਗ ਹੈਡ ਦੇ ਉੱਪਰ ਕੀਤੀ ਜਾਂਦੀ ਹੈ ਤਾਂ ਕਿ ਉਸ ਉੱਪਰ ਸਲਿਪਿੰਗ ਨਾ ਹੋਵੇ, ਵੱਧ ਨਾ ਸਕੇ। ਜ਼ਿਆਦਾਤਰ ਆਟੋਮੈਟਿਕ ਪਾਰਟਸਾਂ ਤੇ ਫਾਰਮਿੰਗ ਕੀਤੀ ਜਾਂਦੀ ਹੈ। ਬਾਲ ਬੈਰਿੰਗ ਕੇਸ ਵਿੱਚ ਵੀ ਕਨਵੇ ਫਾਰਮਿੰਗ ਕੀਤੀ ਜਾਂਦੀ ਹੈ। ਮਤਲਬ ਕਿ ਜਿਹੜੇ ਬੈਰਿੰਗ ਆ ਉਹਨਾਂ ਦੇ ਉੱਤੇ ਵੀ ਜਦੋਂ ਗੋਲੀਆਂ ਬਣਦੀਆਂ, ਦੇਖੋ ਜਿਵੇਂ ਦਾ ਟੂਲ ਬਣਾਦਾ ਉਸੇ ਤਰ੍ਹਾਂ ਹੀ ਕਰ ਦਿੰਦਾ। ਹੋਮ ਟਰਨਿੰਗ ਦੀਆਂ ਵਿਧੀਆਂ ਕੀ ਆ? ਹੋਮ ਟੂਲ ਦੁਆਰਾ ਸੰਯੁਕਤ ਰੂਪ ਦੇ ਕ੍ਰਾਸ ਲਾਚਿੰਗ ਸੁਰੁੰਡੀ ਫੀਡ ਦੁਆਰਾ ਤੇ ਲੈਪਿੰਗ ਦੁਆਰਾ ਇਹ ਹੋਮਿੰਗ ਸੀ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਟਿਪ ਟਰਨਿੰਗ। ਟਿਪ ਟਰਨਿੰਗ ਜਦੋਂ ਮੈਂ ਦੱਸਿਆ ਵੀ ਅੱਗੇ ਦੱਸਿਆ ਕਿੱਦਾਂ ਹੁੰਦੀ ਹੈ ਟਿਪ ਟਰਨਿੰਗ, ਇਹ ਸਾਡੀ ਇਸ ਤਰ੍ਹਾਂ ਦੀ ਹੁੰਦੀ ਹੈ। ਇਸ ਵਿਧੀ ਵਿੱਚ ਕੰਪਾਊਂਡ ਸਲਾਈਡ ਜਿਸ ਦੇ ਗੋਲ ਆਕਾਰ ਦੇ ਘੁਮਾ ਕੇ ਸੈੱਟ ਕੀਤਾ ਜਾਂਦਾ ਹੈ ਤੇ ਗੋਲ ਆਕਾਰ ਦੇ ਡਿਗਰੀ ਦੇ ਨਿਸ਼ਾਨ ਅੰਕਿਤ ਕੀਤੇ, ਡਿਗਰੀ ਦੇ ਨਿਸ਼ਾਨ ਲੱਗੇ ਹੁੰਦੇ। ਜਿਹੜੇ ਆਪਣੇ ਕੋਲ ਆ ਗੋਲ ਇੱਕ ਦੇਖ ਲਓ ਟੂਲ ਵੱਜਾ, ਟੂਲ ਦੇ ਨਾਲ ਥੱਲੇ ਉਹਦੇ ਇੱਕ ਸਲਾਈਡ ਲੱਗੀ ਆ, ਉਹਦੇ ਉੱਤੇ ਕੀ ਆ ਨਿਸ਼ਾਨ ਲੱਗੇ ਆ। ਇਹਨਾਂ ਨਿਸ਼ਾਨਾਂ ਦੁਆਰਾ
ਇਸ ਨੂੰ ਕਿਸੇ ਵੀ ਕੋਣ ਤੇ ਹਿੱਟ ਕੀਤਾ ਜਾਂਦਾ। ਇੱਕ ਘੁਮਾਉਣ ਸੈਲਾਈਡ ਨੂੰ 0 ਤੋਂ 45 ਡਿਗਰੀ ਸੱਜੇ ਜਾਂ ਖੱਬੇ 1 ਡਿਗਰੀ ਦੀ ਸ਼ੁੱਧਤਾ ਵਿੱਚ ਕਿਸੇ ਵੀ ਕੋਣ ਤੇ ਸੈੱਟ ਕੀਤਾ ਜਾਂਦਾ ਤੇ ਇਸ ਸਲਾਈਡ ਦੁਆਰਾ ਟੂਲ ਮਸ਼ੀਨ ਦੇ ਨਾਲ ਕੋਣ ਬਣਾਉਂਦਾ ਹੋਇਆ ਚੱਲਦਾ ਅਤੇ ਜਾਬ ਤੇ ਟੇਪਰ ਫਿਨਿਸ਼ਿੰਗ ਤਿਆਰ ਹੁੰਦੀ ਆ। ਇਸ ਸਲਾਈਡ ਨੂੰ ਟੇਪਰ ਦੇ ਕੋਣ ਦੇ ਅੱਧੇ ਕੋਣ ਦੇ ਸੈੱਟ ਕਰਨਾ ਚਾਹੀਦਾ। ਜਿਵੇਂ ਕਿ ਸਾਡਾ ਜੇ ਆਪਾਂ ਜਿੰਨੀ ਵੀ ਕਰਨੀ ਆ ਚੂੜੀ ਆਪਣੇ ਟੇਪਰ ਟਰਨਿੰਗ ਕਰਨੀ ਆ, ਉਹਦੇ ਵਿੱਚ ਕੀ ਆ ਸਾਡਾ ਜਿਹੜਾ ਕੋਣ ਆ ਉਹਨੂੰ ਆਪਾਂ ਅੱਧੇ ਕੋਣ ਤੇ ਸੈੱਟ ਕਰਦਾ, ਕਿਉਂਕਿ ਸਾਡੇ ਕੋਲ ਨਿਸ਼ਾਨ ਹੀ 19 ਡਿਗਰੀ ਦੇ ਲੱਗੇ ਉਸੇ ਹਿਸਾਬ ਨਾਲ ਲਾਏ ਹੋਏ ਨੇ ਜਿਹੜੇ ਉਹਦੇ ਉੱਤੇ ਨਿਸ਼ਾਨ ਲੱਗੇ ਆ। ਇਸ ਤੋਂ ਬਾਅਦ ਆ ਗਿਆ ਬੋਰਿੰਗ। ਬੋਰਿੰਗ ਕੀ ਆ? ਇਹ ਬੋਰਿੰਗ ਹੈਗਾ, ਇਸ ਵਿਧੀ ਵਿੱਚ ਪਹਿਲਾਂ ਤੋਂ ਹੀ ਕੀਤੇ ਹੋਏ ਸੁਰਾਖ ਨੂੰ ਵੱਡਾ ਕੀਤਾ ਜਾਂਦਾ ਹੈ, ਜਿਸ ਵਿੱਚ ਬੋਰਿੰਗ ਟੂਲ ਅਤੇ ਬੋਰਿੰਗ ਬਾਰ ਦਾ ਪ੍ਰਯੋਗ ਕਰਦੇ ਹਨ। ਇਸ ਵਿੱਚ ਜਾਬ ਨੂੰ ਚੱਕ ਵਿੱਚ ਜਾਂ ਫੇਸ ਪਲੇਟ ਵਿੱਚ ਪਕੜ ਕੇ ਕਰਦੇ ਹਾਂ। ਬੋਰਿੰਗ ਜਿਹੜੀ ਆ ਸਾਡੇ ਕੋਲ ਆਪਾਂ ਕਿਹਦੇ ਨਾਲ ਕਰਦੇ ਹਾਂ, ਜਾਂ ਇਹਨੂੰ ਚੱਕ 'ਚ ਫੜ ਲੈਂਦੇ ਆ ਜਾਂ ਫੇਸ ਪਲੇਟ 'ਚ ਫੜ ਕੇ ਤੇ ਇਹਦੀ ਆਪਾਂ ਬੋਰਿੰਗ ਕਰਦੇ ਹਾਂ। ਇਹ ਆਪਣੀ ਬੋਰਿੰਗ ਆ। ਇਸ ਤੋਂ ਬਾਅਦ ਹੈਗਾ ਸਾਡਾ ਸੈਂਟਰਿੰਗ। ਇਹਦੇ ਵਿੱਚ ਕੀ ਆ, ਇਹਨੂੰ ਜੇਕਰ ਕਿਸੇ ਸਿਲੰਡਰੀਕਲ ਜਾਬ ਵਿੱਚ 2 ਜਾਂ 2 ਤੋਂ ਵੱਧ ਆਕਾਰ ਹੋਣ ਤੇ ਵਿਆਸ ਦੀ ਭਿੰਨਤਾ ਹੋਵੇ ਤਾਂ ਇਸ ਦੀ ਟਰਨਿੰਗ ਨੂੰ ਆਪਾਂ ਸੈਂਟਰਿਕ ਟਰਨਿੰਗ ਕਹਿੰਦੇ ਆ। ਠੀਕ ਹੈ ਜੀ। ਇਸ ਜਦੋਂ ਇੱਕ ਹੀ ਧੁਰੀ ਤੇ ਅਲੱਗ-ਅਲੱਗ ਵਿਆਸ ਟਰਨ ਕਰਦੇ ਬਣਾਉਂਦੇ ਜਾਂਦੇ ਹਨ ਤਾਂ ਉਹਨਾਂ ਨੂੰ ਸੈਂਟਰਿਕ ਟਰਨਿੰਗ ਆਖਦੇ ਹਨ। ਜਿਵੇਂ ਕਿ ਆਪਾਂ ਕਰੈਂਕ ਵੇਖੀ, ਆਪਾਂ ਕਰੈਂਕ ਜਿਹੜੀ ਆ ਉਹ ਵੀ ਇੱਕ ਸੈਂਟਰਿਕ ਟਰਨਿੰਗ ਆ, ਕਿਉਂਕਿ ਉਹਦੇ ਵਿੱਚ ਵੀ ਅਲੱਗ-ਅਲੱਗ ਵਿਆਸ ਆ ਤੇ ਜਿਨ੍ਹਾਂ ਦੀ ਧੁਰੀ ਇੱਕ ਹੀ ਹੁੰਦੀ ਹੈ। ਜੇਕਰ ਇਹਨਾਂ ਨੂੰ ਜਾਬ ਨੂੰ ਡਾਇਲ ਸੈੱਟ ਤੇ ਇੰਡੀਕੇਟਰ ਤੋਂ ਚੈੱਕ ਕੀਤਾ ਜਾਵੇ ਤਾਂ ਇੰਡੀਕੇਟਰ ਦੀ ਰੀਡਿੰਗ ਹਰ ਥਾਂ ਤੇ ਇੱਕ ਹੀ ਆਊਗੀ। ਇਹਦੇ ਵਿੱਚ ਜਦੋਂ ਇਹ ਭਿੰਨ ਧੁਰੀ ਤੱਕ ਜਾਬ ਦਾ ਵਿਆਸ ਅਲੱਗ-ਅਲੱਗ ਹੋਣ ਤਾਂ ਇਸ ਨੂੰ ਸੈਂਟਰਿਕ ਟਰਨਿੰਗ ਕਹਿੰਦੇ ਹਨ। ਜਦੋਂ ਇਹਨਾਂ ਦਾ ਸੈਂਟਰਿਕ ਤੇ ਅਲੱਗ-ਅਲੱਗ ਵਿਆਸ ਹੋਣ ਤਾਂ ਇਹਨੂੰ ਆਪਾਂ ਸੈਂਟਰਿਕ ਧੁਰੀ ਕਹਿੰਦੇ ਹਾਂ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਜੀ ਥ੍ਰੈਡ। ਥ੍ਰੈਡ ਆਪਾਂ ਕਿਸ ਤਰ੍ਹਾਂ ਕੱਟਦੇ ਆ? ਲੇਥ ਮਸ਼ੀਨ ਦੇ ਹਾਫ ਨਾਟ ਦੀ ਸਹਾਇਤਾ ਦੇ ਨਾਲ ਕਿਸੇ ਜਾਬ ਦੀ ਅੰਦਰੂਨੀ ਜਾਂ ਬਾਹਰਲੀ ਸਿਲੰਡਰੀਕਲ ਸਤ੍ਹਾ ਤੇ ਕ੍ਰਮਵਾਰ ਘੁਮਾ ਕੇ ਵਿਸ਼ੇਸ਼ ਕੋਣ ਤੇ ਕੱਟ ਗਰੂਵ ਜਾਂ ਉੱਭਰੇ ਹੋਏ ਸਕਰੂ ਥ੍ਰੈਡ ਕਹਿੰਦੇ ਹਾਂ। ਜਿਹੜੇ ਗਰੂਵ ਉੱਭਰਦੇ ਆ ਆਪਾਂ ਉਹਨੂੰ ਸਕਰੂ ਥ੍ਰੈਡ ਕਹਿੰਦੇ ਹਾਂ। ਤੇ ਉਦਾਹਰਨ ਤੌਰ ਤੇ ਕਿਸੇ ਵੀ ਬੇਲਨਾਕਾਰ ਜਾਬ ਦੀ ਬਾਹਰਲੀ ਸਤ੍ਹਾ ਦੇ ਅਤੇ ਇੱਕ ਧਾਗੇ ਜਾਂ ਰੱਸੀ ਦੇ ਲੰਬ ਰੂਪ ਵਿੱਚ ਲਪੇਟੀ ਜਾਵੇ ਤਾਂ ਉਹ ਢੇਰ ਦੇ ਰੂਪ ਵਿੱਚ ਇੱਕ ਜਗ੍ਹਾ ਤੇ ਇਕੱਠੀ ਹੋ ਜਾਵੇ। ਜੇਕਰ ਉਸ ਰੱਸੀ ਨੂੰ ਕਿਸੇ ਵਿਸ਼ੇਸ਼ ਝੁਕਾਓ ਦੇ ਕੋਣ ਤੇ ਲਪੇਟਿਆ ਜਾਵੇ ਤਾਂ ਉਹ ਕ੍ਰਮਵਾਰ ਰੂਪ ਨਾਲ ਅਲੱਗ-ਅਲੱਗ ਵੱਧ ਜਾਵੇਗੀ। ਤੇ ਇਸ ਤਰ੍ਹਾਂ ਕਰਦੇ ਹੀ ਜਿਹੜੇ ਰਸਤੇ ਤੇ ਰੱਸੀ ਲਪੇਟੀ ਹੈ ਉਸੇ ਰਸਤੇ ਤੇ ਜਿਹੜੇ ਗਰੂਪ ਕੱਟੇ ਜਾਂਦੇ
ਜਾਂ ਤਾਂ ਜਿਹੜੀ ਅੰਕਤ ਗਰੂਪ ਤੇ ਕੱਟੀ ਜਾਣ ਤੋਂ ਬਾਅਦ ਤਿਆਰ ਹੁੰਦੀ ਹੈ ਉਸ ਨੂੰ ਆਪਾਂ ਸਕਰੂ ਥ੍ਰੈਡ ਆਖਦੇ ਹਾਂ। ਉਹ ਥ੍ਰੈਡ ਹੈ। ਇਹ ਸੀ ਅੱਜ ਦਾ ਮੇਰਾ ਮੇਨ ਪਾਰਟਸ। ਆਸ ਹੈ ਕਿ ਤੁਹਾਨੂੰ ਬਹੁਤ ਪਸੰਦ ਆਇਆ ਹੋ। ਇਸ ਤੋਂ ਬਾਅਦ ਧੰਨਵਾਦ। ਥੈਂਕ ਯੂ। ਹੈਲੋ। ਹੈਲੋ, ਹਾਂਜੀ ਸਰ। ਹਾਂਜੀ ਬਲਵੀਰ ਸਰ, ਸਰ ਬਹੁਤ ਵਧੀਆ ਜਨਾਬ। ਤੁਸੀਂ ਦੱਸਿਆ, ਕੋਈ ਕੁਐਸਚਨ ਹੈ ਤਾਂ ਕਿਸੇ ਦਾ ਪੁੱਛ ਲਓ। ਠੀਕ ਹੈ ਸਰ, ਓਕੇ ਜੀ। ਠੀਕ ਹੈ ਸਰ, ਠੀਕ ਹੈ ਜੀ। ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਸਰ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਹੈਲੋ। हेलो तुमान सर, कुछ बोलो ना जी।